ਬੀਜੇਪੀ ਦੇ ਨਾਲ ਜਿਹੜਾ ਤੋੜ ਵਿਛੋੜਾ ਹੋਇਆ ਉਹਦੇ ਨਾਲ ਕਿੰਨਾ ਕੁ ਨੁਕਸਾਨ ਮੰਨਦੇ ਹੋ ਤੁਸੀਂ? ਐਵੇਂ ਉੱਤੋਂ ਜੋ ਮਰਜ਼ੀ ਕੋਈ ਝੂਠ ਬੋਲੀ ਜਾਵੇ, ਸਾਡੇ ਬੰਦੇ ਵੀ ਚਾਹੁੰਦੇ ਆ ਕਿ ਸਮਝੌਤਾ ਹੋ ਜਾਣਾ ਚਾਹੀਦਾ ਹੈ ਤੇ ਬੀਜੇਪੀ ਦੇ ਵੀ ਸਾਰੇ ਚਾਹੁੰਦੇ ਆ ਵੀ ਸਮਝੌਤਾ ਪੰਜਾਬ 'ਚ ਹੋ ਜਾਣਾ ਚਾਹੀਦਾ। ਇਹਦੇ 'ਚ ਹੀ ਭਲਾ ਹੈ। ਬੀਜੇਪੀ ਦੇ ਨਾਲ ਕਦੇ ਗੱਠਜੋੜ ਹੋ ਸਕਦਾ ਕਿਉਂਕਿ ਖੇਤੀਬਾੜੀ ਕਾਨੂੰਨਾਂ ਦਾ ਮਸਲਾ ਹੁਣ ਹੱਲ ਹੋ ਚੁੱਕਿਆ। ਅਕਾਲੀ ਦਲ ਜ਼ੋਰ ਦੇ ਕੇ ਗੱਲ ਕਹਿ ਰਿਹਾ ਕਿ ਬੰਦੀ ਸਿੱਖਾਂ ਦੇ ਮਸਲੇ ਸਮੇਤ ਸਿੱਖਾਂ ਦੇ ਜਿੰਨੇ ਵੀ ਮਸਲੇ ਆ ਉਹਨਾਂ ਤੇ ਅਸੀਂ ਕੰਮ ਕਰਨਾ ਹੈ। ਖੈਰ ਇਹ ਕਹਿਣ ਦੀ ਲੋੜ ਨਹੀਂ ਪੈਣੀ ਚਾਹੀਦੀ ਸੀ ਅਕਾਲੀ ਦਲ ਨੂੰ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਦਵਿੰਦਰਪਾਲ ਸਿੰਘ ਭੁੱਲਰ ਜੀ ਆ, ਉਹਨਾਂ ਨੂੰ ਪ੍ਰਾਈਮ ਮਿਨਿਸਟਰ ਨੇ ਵੀ ਕਹਿਤਾ ਛੱਡ ਦਿਓ, ਸੁਪਰੀਮ ਕੋਰਟ ਨੇ ਵੀ ਕਹਿਤਾ ਛੱਡ ਦਿਓ। ਹੁਣ ਕੇਜਰੀਵਾਲ ਹੀ ਬੋਰਡ ਜਾ ਬਿਠਾ ਲੈਂਦਾ। ਰਿਵਾਈਵਲ ਕਿਵੇਂ ਹੋਵੇ ਅਕਾਲੀ ਦਲ ਦਾ, ਇਸ ਚੀਜ਼ ਨੂੰ ਲੈ ਕੇ ਵੀ ਚਰਚਾ ਹੋਈ ਹੈ। ਸਰਕਾਰ ਜਿਹੜੇ ਵਾਅਦੇ ਪੂਰੇ ਕੀਤੇ ਸੀ, 300 ਚਾਹੇ ਬਿਜਲੀ ਦਾ ਸੀ, ਚਾਹੇ 1000 ਰੁਪਇਆ ਦੇਣ ਦਾ ਸੀ, ਚਾਹੇ ਨਸ਼ਾ ਬੰਦ ਕਰਨ ਦਾ ਸੀ, ਚਾਹੇ ਲਾ ਐਂਡ ਆਰਡਰ ਦਾ ਸੀ, ਉਹਨਾਂ ਤੇ ਸਾਰਿਆਂ ਤੋਂ ਤਕਰੀਬਨ ਫੇਲ ਹੀ ਚੱਲ ਰਹੀ ਹੈ ਇਸ ਵੇਲੇ। ਮਾਨ ਹੁਣੀ ਤਾਂ ਆਪਦੇ ਦੱਸ ਰਿਹਾ ਕਿ 50 ਦਿਨਾਂ ਦੇ ਵਿੱਚ ਆਹ ਕੰਮ ਕੀਤੇ, ਬਕਾਇਦਾ ਤੌਰ ਤੇ ਸਫਲ ਸਰਕਾਰ ਕਹਿ ਰਹੇ ਨੇ। ਕੱਲ ਇਸ਼ਤਿਹਾਰ ਦਿੱਤਾ ਜੀ, ਉਹਦੇ 'ਚ ਸਵੇਰੇ ਵੀ ਅਖਬਾਰਾਂ 'ਚ ਇਸ਼ਤਿਹਾਰ ਆਇਆ। ਅੱਜ ਰੋਜ਼ ਹੀ ਆਉਂਦਾ। ਤਾਮਿਲਨਾਡੂ 'ਚ ਵੀ ਇਸ਼ਤਿਹਾਰ ਸ਼ਬਦ ਹੈ, ਕੇਰਲਾ ਵਿੱਚ ਵੀ ਇਸ਼ਤਿਹਾਰ ਸ਼ਬਦ ਹੈ ਕਿ ਜੀ ਸੁਝਾਅ ਦਿਓ ਪੰਜਾਬ ਦਾ ਬਜਟ ਪੇਸ਼ ਕਰਨਾ। ਹੁਣ ਤਾਮਿਲਨਾਡੂ ਵਾਲੇ ਸਾਨੂੰ ਸੁਝਾਅ ਦੇਣਗੇ ਬਜਟ ਪੇਸ਼ ਕਰਨ ਦੇ ਵਾਸਤੇ ਪੰਜਾਬ ਦੇ ਲੋਕਾਂ ਨੂੰ? ਪੰਜਾਬ 'ਚ ਲੋਕ ਹੈ ਨੇ। ਕਾਂਗਰਸ ਸਾਹਿਬ ਨੇ ਵੀ ਆਪਦੇ ਬੰਦਿਆਂ ਨੂੰ ਕਹਿਤਾ ਸੀ ਕਿ ਆਪਾਂ ਜਿੱਤਦੇ ਨਹੀਂ, ਮਲੂਕਾ ਸਾਹਿਬ ਹੀ ਜਿੱਤਣਗੇ, ਆਪਾਂ ਨਹੀਂ ਜਿੱਤਦੇ। ਬਲਕਾਰ ਸਿੱਧੂ ਨੇ ਵੀ ਕਹਿਤਾ ਸੀ ਵੀ ਜਿੱਦੇ ਤਾਂ ਆਪਾਂ ਹੈ ਨਹੀਂ, ਲੜਾਈ ਲੜੋ। ਬਲਕਾਰ ਸਿੱਧੂ ਨੇ ਮੈਨੂੰ ਖੁਦ ਵਧਾਈ ਦਿੱਤੀ ਆ ਕੇ, ਪਹਿਲਾਂ ਜਦੋਂ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ, ਅੰਕਲ ਇੱਥੇ ਜਿੱਤਣਾ ਤਾਂ ਤੁਸੀਂ ਹੈ ਪਰ ਸਰਕਾਰ ਸਾਡੀ ਬਣੂਗੀ। ਮੈਂ ਕਿਹਾ ਚੱਲ ਕੋਈ ਨਹੀਂ ਕਾਕਾ, ਜਿਹੜਾ ਕੁਛ ਹੋਊਗਾ ਆਪਾਂ ਵੇਖਦੇ ਹਾਂ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਵਿਕਰਮ ਸਿੰਘ। ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਪਿਛਲੇ ਦਿਨੀ ਮੀਟਿੰਗ ਵੀ ਹੋਈ ਔਰ ਉਸ ਤੋਂ ਬਾਅਦ ਗਵਰਨਰ ਦੇ ਨਾਲ ਵੀ ਮੁਲਾਕਾਤ ਕੀਤੀ ਜਾਂਦੀ ਹੈ। ਸੁਖਬੀਰ ਸਿੰਘ ਬਾਦਲ ਹੁਣੀ ਕਹਿ ਰਹੇ ਆ ਕਿ ਬੰਦੀ ਸਿੱਖਾਂ ਦੇ ਮੁੱਦੇ ਵੀ ਵਿਚਾਰਾਂਗੇ ਤੇ ਨਾਲ ਹੀ ਚਰਚਾ ਹੋਈ ਕਿ ਰਿਵਾਈਵਲ ਕਿਸ ਤਰੀਕੇ ਦੇ ਨਾਲ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ, ਕਿਉਂਕਿ ਪਿਛਲੇ ਇਲੈਕਸ਼ਨ ਤੋਂ ਵੀ ਇਸ ਵਾਰ ਬੁਰੇ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਹਾਰਿਆ। ਗੱਲਬਾਤ ਕਰਾਂਗੇ। ਸਿਕੰਦਰ ਸਿੰਘ ਮਲੂਕਾ ਸੀਨੀਅਰ ਅਕਾਲੀ ਲੀਡਰ ਸਾਡੇ ਨਾਲ ਨੇ। ਮਲੂਕਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਮੇਰੇ ਵੱਲੋਂ ਵੀ ਜੀ ਆਇਆਂ ਨੂੰ ਸਾਰੇ ਪ੍ਰੋ ਪੰਜਾਬ ਟੀਵੀ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਮਲੂਕਾ ਸਾਹਿਬ, ਪਿਛਲੇ ਦਿਨੀ ਮੀਟਿੰਗ ਹੋਈ, ਗਵਰਨਰ ਸਾਹਿਬ ਦੇ ਨਾਲ ਮੁਲਾਕਾਤ ਹੋਈ ਔਰ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਅਕਾਲੀ ਦਲ ਜ਼ੋਰ ਦੇ ਕੇ ਗੱਲ ਕਹਿ ਰਿਹਾ ਕਿ ਬੰਦੀ ਸਿੱਖਾਂ ਦੇ ਮਸਲੇ ਸਮੇਤ ਸਿੱਖਾਂ ਦੇ ਜਿੰਨੇ ਵੀ ਮਸਲੇ ਆ ਉਹਨਾਂ ਤੇ ਅਸੀਂ ਕੰਮ ਕਰਨਾ ਹੈ। ਖੈਰ ਇਹ ਕਹਿਣ ਦੀ ਲੋੜ ਨਹੀਂ ਪੈਣੀ ਚਾਹੀਦੀ ਸੀ ਅਕਾਲੀ ਦਲ ਨੂੰ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਨਹੀਂ, ਇਉਂ ਨਹੀਂ ਹੁੰਦਾ। ਕੁਝ ਗੱਲਾਂ ਐਸੀਆਂ ਇਸ਼ੂ ਬਣ ਜਾਂਦੇ ਨੇ, ਜਿਵੇਂ ਬੰਦੀ ਸਿੰਘਾਂ ਦਾ ਕੋਈ ਇਕੱਲਾ ਮਸਲਾ ਹੁਣ ਨਹੀਂ ਛੇੜਿਆ ਸੀ। ਬੰਦੀ ਸਿੰਘਾਂ ਦੀ ਖਾਤਰ ਅਸੀਂ ਕਾਫੀ ਚਿਰ ਤੋਂ ਲੜਦੇ ਆਏ ਹਾਂ। ਕੋਈ ਪਹਿਲਾਂ 300-400 ਬੰਦਾ ਸੀ, ਕਾਫੀ ਵੱਡੀ ਲਿਸਟ ਸੀਗੀ। ਫਿਰ ਉਹਨਾਂ ਨੇ ਵੇਖ ਕਾਫੀ ਲੋਕਾਂ ਨੂੰ ਛੱਡਤਾ ਸੀ ਪਿਛਲੀ ਸਰਕਾਰ ਵੇਲੇ, ਜਦੋਂ ਆਪਣੀ ਸਰਕਾਰ ਸੀ ਸੈਂਟਰ ਨਾਲ, ਮੋਦੀ ਸਾਹਿਬ ਨਾਲ ਗੱਲ ਕਰਕੇ। ਇੱਕ ਜਿਹੜੀ ਕਾਲੀ ਸੂਚੀ ਸੀ ਬਾਹਰਲੇ ਦੇਸ਼ਾਂ ਦੀ, ਇੱਕ ਬੰਦੀ ਸਿੰਘਾਂ ਦੇ ਸੀਗੇ ਜਿਹੜੇ ਆਪ, ਉਹ ਕਾਫੀ ਲੋਕਾਂ ਨੂੰ ਛੱਡਤਾ ਸੀ। ਹੁਣ ਕੋਈ 30-35 ਬੰਦੇ ਰਹਿੰਦੇ ਨੇ ਜਿਨ੍ਹਾਂ 'ਚੋਂ 9-10 ਜ਼ਿਆਦਾ ਸੀਰੀਅਸ ਨੇ ਹੈਗੇ। ਉਹਨਾਂ ਦੇ ਵਾਸਤੇ ਹੁਣ, ਕਿਉਂਕਿ ਉਹਨਾਂ ਦਾ ਮਸਲਾ ਤਾਂ ਅੱਗੇ ਆਇਆ ਕਿ ਇਹ ਲੋਕ ਕੈਦਾਂ ਆਪਣੀਆਂ ਪੂਰੀਆਂ ਕਰ ਚੁੱਕੇ ਆ। ਦੇਖੋ, ਕਿਸੇ ਨੇ ਕੋਈ ਗੁਨਾਹ ਕੀਤਾ, ਇਹ ਤਾਂ ਸਾਰਿਆਂ ਦੇ ਫੈਸਲੇ ਹੋਏ ਸੀ ਜਜ਼ਬਾਤੀ। ਉਸ ਵੇਲੇ ਹਾਲਾਤ ਸੀ, ਹਰਿਮੰਦਰ ਸਾਹਿਬ ਤੇ ਹਮਲਾ ਹੋ ਗਿਆ, ਦਿੱਲੀ 'ਚ ਸਿੱਖਾਂ ਦਾ ਕਤਲਾਮ ਹੋ ਗਿਆ, ਜਜ਼ਬਾਤੀ ਨੌਜਵਾਨਾਂ ਨੇ ਉਹਦੇ ਵਿੱਚ ਆ ਕੇ ਵੱਡੇ ਫੈਸਲੇ ਕਰ ਲਏ ਆਪਣੇ, ਜਿਹੜੇ ਉਹਨਾਂ ਦੇ ਮਨ ਨੂੰ ਚੰਗਾ ਲੱਗਿਆ। ਉਹਦੇ ਤੇ ਕੋਈ ਜਾਤੀ ਦੁਸ਼ਮਣੀ ਨਾਲ ਤਾਂ ਕੋਈ ਬੰਦਾ ਉਹਨਾਂ ਨੇ ਮਾਰਿਆ ਨਹੀਂ, ਨਾ ਕਿਸੇ ਤੋਂ ਕੋਈ ਪੈਸੇ ਲੈ ਕੇ ਮਾਰਿਆ। ਉਹ ਤਾਂ ਧਰਮ ਦੇ ਨਾਂ ਤੇ ਗੱਲ ਹੋਈ ਸੀ ਸਾਰੀ। ਉਹਦੇ ਮੁਤਾਬਕ ਵੀ ਫਿਰ ਵੀ ਕੋਰਟਾਂ ਨੇ ਜਿਹੜੀਆਂ ਉਹਨਾਂ ਨੂੰ ਸਜ਼ਾ ਦਿੱਤੀ, ਉਹਨਾਂ ਨੇ ਪੂਰੀਆਂ ਕਰ ਲਈਆਂ। ਤੇ ਫਿਰ ਕੋਈ ਦੁਨੀਆ ਦੀ ਤਾਕਤ ਨਹੀਂ, ਨਾ ਦੁਨੀਆ ਦਾ ਕੋਈ ਰੂਲ ਕਾਨੂੰਨ ਹੈ ਕਿ ਜੇ ਕੋਈ ਬੰਦਾ ਸਜ਼ਾ ਪੂਰੀ ਕਰ ਲੈਂਦਾ ਜਿਹੜੀ ਕੋਰਟ ਨੇ ਦਿੱਤੀ ਹੈ, ਉਹਦਾ ਚਾਲ ਚੱਲਣ ਵੀ ਜੇਲ੍ਹ ਦੇ ਵਿੱਚ ਵਧੀਆ ਹੈ। ਤੇ ਸਾਰੇ ਥੱਲੇ ਰਿਪੋਰਟਾਂ ਵੀ ਅਫਸਰਾਂ ਨੇ ਕਰਤੀਆਂ ਕਿ ਇਹਨਾਂ ਦੇ ਛੱਡ ਦਿਓ, ਕੋਈ ਫਰਕ ਨਹੀਂ ਪੈਂਦਾ, ਕੋਈ ਪ੍ਰੋਬਲਮ ਨਹੀਂ ਹੈਗੀ ਹੈ। ਤੇ ਫਿਰ ਵੀ ਨਾ ਜੇ ਛੱਡਣ, ਫਿਰ ਉਹਨਾਂ ਬੰਦਿਆਂ ਨਾਲ ਜ਼ਿਆਦਤੀ ਹੈ, ਫਿਰ ਕਾਨੂੰਨ ਨਾਲ ਵੀ ਜ਼ਿਆਦਤੀ ਹੈ, ਉਹਨਾਂ ਲੋਕਾਂ ਨਾਲ ਵੀ ਜ਼ਿਆਦਤੀ ਹੈ। ਇੱਕ ਬੰਦੇ ਦੇ ਅਧਿਕਾਰਾਂ ਦੇ ਉੱਤੇ ਛਾਪਾ। ਸੋ ਉਹਦੇ ਤੇ ਹੁਣ ਰੌਲਾ ਪਾਉਣਾ ਬਣਦਾ ਡਿਊਟੀ। ਜੇ ਕੋਈ ਹੋਰ ਨਹੀਂ ਪਾਊਗਾ, ਸਾਡੀ ਤਾਂ ਡਿਊਟੀ ਬਣਦੀ ਹੈ, ਫਿਰ ਅਸੀਂ ਤਾਂ ਪਾਉਣਾ ਹੀ ਹੈਗਾ ਵੀ ਇਹਨਾਂ ਬੰਦਿਆਂ ਦਾ ਕਸੂਰ ਕੋਈ ਨਹੀਂ, ਕੈਦਾਂ ਇਹਨਾਂ ਨੇ ਪੂਰੀਆਂ ਕਰ ਲਈਆਂ, ਸਾਰਾ ਕੁਝ ਠੀਕ ਠਾਕ ਹੈ। ਜਿਵੇਂ ਹੁਣ ਆਪਣਾ ਦਵਿੰਦਰਪਾਲ ਸਿੰਘ ਭੁੱਲਰ ਜੀ ਹੈ, ਉਹਨਾਂ ਨੂੰ ਪ੍ਰਾਈਮ ਮਿਨਿਸਟਰ ਨੇ ਵੀ ਕਹਿਤਾ ਛੱਡ ਦਿਓ, ਸੁਪਰੀਮ ਕੋਰਟ ਨੇ ਵੀ ਕਹਿਤਾ ਛੱਡ ਦਿਓ। ਹੁਣ ਕੇਜਰੀਵਾਲ ਹੀ ਬੋਰਡ ਜਾ ਬਿਠਾ ਲੈਂਦਾ। ਪਤਾ ਨਹੀਂ ਉਹ ਬੰਦਾ ਮਾਨਸਿਕ ਤੌਰ ਤੇ ਵਿਚਾਰਾ ਅਪਸੈਟ ਵੀ ਹੈ, ਮੇਰੇ ਹਲਕੇ ਦਾ, ਮੈਨੂੰ ਪਤਾ। ਉਹ ਇਸ ਕਰਕੇ ਇਹੋ ਜਿਹੇ ਬੰਦੇ ਆ ਜਿਹੜੇ ਹੁਣ, ਜਿਵੇਂ ਆਪਣੇ ਰਾਜੋਆਣਾ ਮੁਲਾਕਾਤ ਵੀ ਕਰਕੇ ਆਏ ਭੁੱਲਰ ਹੋਣਾ ਦੇ ਨਾਲ? ਨਹੀਂ, ਭੁੱਲਰ ਸਾਹਿਬ ਨਾਲ ਕਾਫੀ ਚਿਰ ਹੋ ਗਿਆ, ਉਦੋਂ ਮਿਲੀ ਸੀ, ਹੁਣ ਤਾਂ ਨਹੀਂ ਮਿਲਿਆ। ਉਹ ਤਾਂ ਕਾਫੀ ਚਿਰ ਆ ਗਿਆ ਸੀ ਨਾ, ਥੋੜ੍ਹਾ ਚਿਰ ਸਾਰੇ ਉਦੋਂ ਆ ਗਏ ਸੀ ਬਾਹਰ, ਤੇ ਹੁਣ ਤਾਂ ਫਿਰ ਉੱਥੇ ਆ। ਮੇਰਾ ਮਤਲਬ ਇਹੋ ਜਿਹੇ ਬੰਦੇ ਜਿਹੜੇ ਹੈਗੇ, ਜਦੋਂ ਸਜ਼ਾ ਪੂਰੀ ਕਰ ਲਈ, ਫਿਰ ਕੀ ਧੱਕਾ ਵੀ ਜੇਲ੍ਹ ਦੇ ਵਿੱਚ ਕਿਉਂ ਰੱਖਿਆ ਉਹਨਾਂ ਨੂੰ? ਜਦੋਂ ਕੋਈ ਕਾਰਨ ਦੱਸਣ ਵੀ ਅਸੀਂ ਇਸ ਕਰਕੇ ਇਹਨਾਂ ਨੂੰ ਜੇਲ੍ਹਾਂ 'ਚ ਰੱਖਿਆ। ਹੁਣ ਜਿਹੜਾ ਵਿਚਾਰਾ ਮੈਂਟਲੀ ਅਪਸੈਟ ਹੈ, ਬਿਮਾਰ ਰਹਿੰਦਾ, ਉਹ ਬਾਹਰ ਆ ਕੇ ਉਹਨੇ ਕੀ ਕਰਨਾ ਹੈਗਾ? ਤੇ ਉਹਨਾਂ ਨੂੰ ਕਿਉਂ ਇਹ ਪਾਪ ਲੈ ਰਹੀ ਹੈ ਗੌਰਮੈਂਟ, ਕਿਉਂ ਨਹੀਂ ਛੱਡਣਾ ਚਾਹੁੰਦੀ ਗੌਰਮੈਂਟ? ਸੋ ਉਹਨਾਂ ਦੇ ਵਾਸਤੇ ਸਾਡੀ ਡਿਊਟੀ ਹੈ, ਅਸੀਂ ਰੌਲਾ ਪਾਈਏ, ਲੋਕਾਂ ਨੂੰ ਦੱਸੀਏ ਕਿ ਜਾਤੀ ਹੈ ਇਹਨਾਂ ਲੋਕਾਂ ਨਾਲ, ਇਹਨੂੰ ਛੱਡ ਦੇਣਾ ਚਾਹੀਦਾ। ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਵਿਚਾਰਿਆ ਗਿਆ ਕਿ ਰਿਵਾਈਵਲ ਕਿਵੇਂ ਹੋਵੇ ਅਕਾਲੀ ਦਲ ਦਾ, ਇਸ ਚੀਜ਼ ਨੂੰ ਲੈ ਕੇ ਵੀ ਚਰਚਾ ਹੋਈ ਹੈ? ਨਹੀਂ, ਰਿਵਾਈਵਲ ਤਾਂ ਹਲੇ ਟਾਈਮ ਹੈਗਾ, ਹੋ ਜਾਏਗਾ ਰਿਵਾਈਵਲ ਨੂੰ। ਪਾਰਟੀ ਨੂੰ ਅੱਗੇ ਇੱਦੋਂ ਵੀ ਕਈ ਵਾਰੀ ਮਾੜੀਆਂ ਸਥਿਤੀਆਂ 'ਚ ਰਹੇ ਹਾਂ। 99 'ਚ ਅਸੀਂ ਸਾਡੀਆਂ ਸਾਰੀਆਂ ਸੀਟਾਂ ਤੇ ਜ਼ਮਾਨਤਾਂ ਹੀ ਜ਼ਬਤ ਹੋ ਗਈਆਂ ਸੀਗੀਆਂ
ਕਿਤੇ ਵੀ ਨਹੀਂ ਜਿੱਤੇ ਸੀ, ਅਸੀਂ ਜਮਾਨਤਾਂ ਹੀ ਜ਼ਬਤ ਹੋ ਗਈਆਂ ਸੀ ਸਾਰੇ। ਉਸ ਤੋਂ ਬਾਅਦ ਫਿਰ ਪਾਰਟੀ 96 ਦੇ ਵਿੱਚ ਆ ਕੇ ਬੜੀ ਤੇਜ਼ੀ ਨਾਲ ਉੱਠ ਆਈ ਸੀਗੀ। ਹੁਣ ਵੀ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਆ ਜਾਏਗੀ ਪਾਰਟੀ, ਉੱਠ ਖੜੇਗੀ। ਬਹੁਤ ਕੰਮ ਕੀਤੇ ਆ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ, ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ। ਚਲੋ ਕੋਈ ਹਾਲਾਤ ਬਣ ਜਾਂਦੇ ਨੇ, ਲੋਕਾਂ ਦੀ ਮਰਜ਼ੀ ਹੈ, ਫਤਵਾ ਤਾਂ ਲੋਕਾਂ ਦਾ ਜਿਹੜਾ ਦਿੱਤੇ ਉਹ ਪ੍ਰਵਾਨ ਕਰ ਲੈਣਾ ਚਾਹੀਦਾ, ਅਸੀਂ ਵੀ ਪ੍ਰਵਾਨ ਕੀਤਾ। ਸੋ ਰਿਵਾਈਵਲ ਇਕੱਲਾ ਪਾਰਟੀ ਦੀ ਰਿਵਾਈਵਲ ਨਹੀਂ ਸੀ, ਉਹਦੇ 'ਚ ਜੋ ਮੌਜੂਦਾ ਮਸਲੇ ਨੇ, ਜਿਵੇਂ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬਹੁਤ ਵੱਡਾ ਫਤਵਾ ਦਿੱਤਾ, ਇਹਨਾਂ ਨੇ ਬੜੇ ਵੱਡੇ ਵਾਅਦੇ ਕਰਕੇ ਲੋਕਾਂ ਨਾਲ ਸੱਤਾ ਦੇ ਵਿੱਚ ਆਏ ਆ। ਕੁਛ ਤਾਂ ਲਾ ਐਂਡ ਆਰਡਰ ਦੀ ਸਥਿਤੀ ਬਹੁਤ ਮਾੜੀ ਹੋ ਗਈ ਹੈ, ਰੋਜ਼ ਹੀ ਲੁੱਟਾਂ ਖੋਹਾਂ, ਮਾਰ ਮਰਾਈ ਬਹੁਤ ਜ਼ਿਆਦਾ ਵੱਧ ਗਿਆ। ਨਸ਼ੇ ਦਾ ਜਿਹੜਾ ਇਹ ਕਹਿੰਦੇ ਸੀ ਵੀ ਹਫ਼ਤੇ 'ਚ ਸਾਨੂੰ ਤਾਂ ਮੌਕਾ ਦਿਓ, ਅਸੀਂ ਤਾਂ ਆਉਂਦੇ ਹੀ ਨਿਬੇੜ ਦਿਆਂਗੇ ਕੰਮ, ਤੇ ਅੱਜ ਨਸ਼ਾ ਸਾਰੇ ਵੀਡੀਓ ਹੀ ਪੈਣ ਲੱਗ ਗਈਆਂ, ਨਸ਼ੇ ਦੀਆਂ ਵਿਕਦੇ ਦੀਆਂ ਥਾਂ ਥਾਂ ਤੋਂ ਵੀਡੀਓ ਪੈ ਰਹੀਆਂ ਸਾਰੀਆਂ। ਇਵੇਂ ਜੇ ਕਿ ਜਿਹੜਾ ਹੈਗਾ ਕਰਪਸ਼ਨ, ਚਲੋ ਚੰਗੀ ਗੱਲ ਆ, ਬੰਦ ਹੋ ਜੇ ਕਰਪਸ਼ਨ, ਜ਼ੋਰ ਲਾਉਂਦੇ ਨੇ, ਪਰ ਕਰਪਸ਼ਨ ਵੀ ਦੇ ਜਿਹੜੇ ਢੰਗ ਬਦਲ ਗਏ, ਪਰ ਕਰਪਸ਼ਨ ਤਾਂ 3 ਗੁਣਾ ਵੱਧ ਗਈ ਅੱਗੇ ਨਾਲੋਂ ਜ਼ਿਆਦਾ। ਹਰ ਚੀਜ਼ ਦੇ ਰੇਤੇ ਦਾ ਰੇਟ ਸਾਡੇ ਵੇਲੇ 700 ਹੁੰਦਾ ਸੀ, ਫਿਰ ਕਾਂਗਰਸ ਵੇਲੇ 1600 ਹੋ ਗਿਆ, ਤੇ ਹੁਣ 4000 ਹੋ ਗਿਆ, ਤੇ ਫਿਰ ਉਹ ਰੇਤ ਮਿਲਦਾ ਫੇਰ ਵੀ ਨਹੀਂ ਹੈਗਾ। ਸੋ ਇਹ ਸਾਰੀਆਂ ਗੱਲਾਂ, ਕਾਫੀ ਮਸਲੇ ਸੀਗੇ, ਜਿਵੇਂ ਪਟਿਆਲੇ ਦਾ ਇੰਸੀਡੈਂਸ ਹੋ ਗਿਆ ਸੀ ਨਵਾਂ। ਕਦੇ ਵੀ ਪੰਜਾਬ ਦੇ ਵਿੱਚ ਹਿੰਦੂ ਸਿੱਖਾਂ ਦੀ ਨਹੀਂ ਝਗੜਾ ਹੋਇਆ ਕਦੇ ਅੱਜ ਤਾਈਂ। ਦੇਖੋ ਆਪਰੇਸ਼ਨ ਬਲੂ ਸਟਾਰ ਵੇਲੇ ਜਦੋਂ ਹਰਮੰਦਰ ਸਾਹਿਬ ਤੇ ਹਮਲਾ ਹੋ ਗਿਆ ਸੀ, ਜਦ ਦਿੱਲੀ 'ਚ ਐਡਾ ਵੱਡਾ ਸਿੱਖਾਂ ਦਾ ਕਤਲਾਮ ਹੋ ਗਿਆ ਸੀ, ਉਦੋਂ ਵੀ ਪੰਜਾਬ 'ਚ ਕੋਈ ਹਿੰਦੂ ਸਿੱਖਾਂ ਦਾ ਰੌਲਾ ਨਹੀਂ ਸੀ ਪਿਆ। ਸੋ ਇਸ ਕਰਕੇ ਪਟਿਆਲੇ ਦੇ ਵਿੱਚ ਜਿਹੜਾ ਹੋਇਆ ਉਹ ਇਸ ਪਾਸੇ ਨੂੰ ਚੱਲ ਪਿਆ ਸੀ ਕੰਮ। ਤੇ ਵੱਡੀ ਗੱਲ ਆ ਜਿਹੜੀ ਕਿ 4 ਦਿਨ ਪਹਿਲਾਂ ਖੁਫੀਆ ਏਜੰਸੀਆਂ ਨੇ ਮੁੱਖ ਮੰਤਰੀ ਜੀ ਨੂੰ ਰਿਪੋਰਟ ਦਿੱਤੀ ਸੀ ਕਿ ਇੱਥੇ ਕੁਝ ਹੋ ਸਕਦਾ ਹੈ, ਤੇ ਉਹਦੇ ਵੱਲ ਧਿਆਨ ਨਾ ਦੇਣਾ। ਫਿਰ ਜਦੋਂ ਆ ਗਿਆ, ਬੜਾ ਚਲੋ ਟੈਨਸ਼ਨ ਸੀਗੀ, ਸੰਭਲ ਗਿਆ ਕੰਮ। ਫਿਰ ਸਰਕਾਰ ਨੇ ਇੱਕ ਬੰਦਾ ਦੋਸ਼ੀ ਕਰਾਰ ਦੇਤਾ, ਉਹਨਾਂ ਦੀਆਂ ਹਿੰਦੂ ਜਥੇਬੰਦੀਆਂ ਨੇ ਵੀ ਕਹਿਤਾ ਇਹ ਮਾੜਾ ਬੰਦਾ ਸੀ, ਉਹਨੂੰ ਕੱਢਤਾ, ਉਹਦੇ 'ਚ ਇਹਦਾ ਕਸੂਰ ਹੈ ਉਹਨੂੰ। ਫਿਰ ਅਗਲੇ ਦਿਨ ਦੂਜਾ ਬੰਦਾ ਦੋਸ਼ੀ ਦੇਤਾ, ਹੁਣ ਹੋਰ ਬੰਦੇ ਤੇ ਪਾਤੀ ਗੱਲ ਕਿ ਸਾਰਾ ਝਗੜੇ ਦੀ ਜੜ ਹੈ। ਸੋ ਇਸ ਕਰਕੇ ਅਪਸੈਟ ਜਿਹਾ ਕੰਮ ਹੈਗਾ। ਪਹਿਲਾਂ ਕਹਿੰਦੇ ਜੀ ਬਹੁਤ ਵਧੀਆ ਕੀਤਾ ਐਡਮਿਨਿਸਟ੍ਰੇਸ਼ਨ ਨੇ, ਸਾਡੀ ਨੇ ਬਹੁਤ ਵਧੀਆ ਕੰਮ ਕੀਤਾ, ਅਗਲੇ ਦਿਨ ਅਫਸਰ ਸਾਰੇ ਬਦਲਤੇ। ਸੋ ਸਰਕਾਰ ਜਿਹੜੇ ਵਾਅਦੇ ਪੂਰੇ ਕੀਤੇ ਸੀ, 300 ਚਾਹੇ ਬਿਜਲੀ ਦਾ ਸੀ, ਚਾਹੇ 1000 ਰੁਪਈਆ ਦੇਣ ਦਾ ਸੀ, ਚਾਹੇ ਨਸ਼ਾ ਬੰਦ ਕਰਨ ਦਾ ਸੀ, ਚਾਹੇ ਲਾ ਐਂਡ ਆਰਡਰ ਦਾ ਸੀ, ਉਹਨਾਂ ਤੇ ਸਾਰਿਆਂ ਤੋਂ ਤਕਰੀਬਨ ਫੇਲ ਹੀ ਚੱਲ ਰਹੀ ਹੈ ਇਸ ਵੇਲੇ। ਜੇ 50 ਦਿਨਾਂ ਦੀ ਕਾਰਗੁਜ਼ਾਰੀ ਵੇਖੋਗੇ, ਕੋਈ ਹੈ ਨਹੀਂ ਕਾਰਗੁਜ਼ਾਰੀ। ਭਗਵੰਤ ਸਿੰਘ ਮਾਨ ਹੁਣੀ ਤਾਂ ਆਪਦੇ ਦੱਸ ਰਹੇ ਕਿ 50 ਦਿਨਾਂ ਦੇ ਵਿੱਚ ਆਹ ਕੰਮ ਕੀਤੇ, ਬਕਾਇਦਾ ਤੌਰ ਤੇ ਸਫਲ ਸਰਕਾਰ ਕਹਿ ਰਹੇ ਨੇ। ਕੱਲ ਇਸ਼ਤਿਹਾਰ ਦਿੱਤਾ ਜੀ, ਉਹਦੇ 'ਚ ਸਵੇਰੇ ਵੀ ਅਖਬਾਰਾਂ 'ਚ ਇਸ਼ਤਿਹਾਰ ਆਇਆ। ਅੱਜ ਰੋਜ਼ ਹੀ ਆਉਂਦਾ, ਆਪਣੇ ਤਾਂ ਆ ਜੇ ਪੰਜਾਬ 'ਚ ਕੋਈ ਡਰ ਨਹੀਂ, ਦੇ ਲੈਣ ਜਿੰਨਾ ਵੀਡੀਓ ਨੂੰ ਦੇਣਾ, ਇਸ਼ਤਿਹਾਰ ਦੇਣ, ਹੋਰ ਦੇਣ, ਉਹ ਸਰਕਾਰ ਨੇ ਆਪਦਾ ਪ੍ਰਚਾਰ ਕਰਨਾ, ਕੋਈ ਕਰਨ ਮਾੜੀ ਗੱਲ ਨਹੀਂ। ਹੁਣ ਉੱਥੇ ਤਾਮਿਲਨਾਡੂ 'ਚ ਵੀ ਇਸ਼ਤਿਹਾਰ ਸ਼ਬਦ ਹੈ, ਕੇਰਲਾ ਵਿੱਚ ਵੀ ਇਸ਼ਤਿਹਾਰ ਸ਼ਬਦ ਹੈ ਕਿ ਜੀ ਸੁਝਾਅ ਦਿਓ ਪੰਜਾਬ ਦਾ ਬਜਟ ਪੇਸ਼ ਕਰਨਾ। ਹੁਣ ਤਾਮਿਲਨਾਡੂ ਵਾਲੇ ਸਾਨੂੰ ਸੁਝਾਅ ਦੇਣਗੇ ਬਜਟ ਪੇਸ਼ ਕਰਨ ਦੇ ਵਾਸਤੇ ਪੰਜਾਬ ਦੇ ਲੋਕਾਂ ਨੂੰ, ਪੰਜਾਬ 'ਚ ਲੋਕ ਹੈ ਨੇ ਵਧੀਆ ਜਿਹੜੇ ਬਜਟ ਬਣਾਉਣ ਵਾਲੇ। ਸੋ ਪੈਸੇ ਦੀ ਬਰਬਾਦੀ ਕਰਨੀ, ਇਹ ਵੀ ਆਪਣੀ ਸ਼ੋਹਰਤ ਦੇ ਵਾਸਤੇ, ਇਹ ਵੀ ਕੋਈ ਚੰਗੀਆਂ ਗੱਲਾਂ ਨਹੀਂ ਬਹੁਤੀਆਂ। ਸੋ ਇਹ ਸਾਰੀਆਂ ਗੱਲਾਂ, ਉਹ ਤਾਂ ਨੌਕਰੀ 26,000 ਨੌਕਰੀ ਜੀ ਅਸੀਂ ਦੇਤੀ ਜੀ, ਗਰੰਟੀ ਪੂਰੀ ਕਰਤੀ। ਹਾਲੇ ਤਾਂ ਤੁਸੀਂ ਇਸ਼ਤਿਹਾਰ ਕੱਢਿਆ, ਫਿਰ ਉਹਦੀਆਂ ਅਰਜ਼ੀਆਂ ਲਓਗੇ, ਫਿਰ ਉਹਦੀ ਇੰਟਰਵਿਊ ਹੋਏਗੀ, ਫਿਰ ਉਹਦੇ ਕਹਾ ਨਿਯੁਕਤੀ ਪੱਤਰ ਕਦੋਂ ਦਿਓਗੇ। ਕਾਂਗਰਸ ਦੇ 2 ਸਾਲ ਹੋ ਗਏ ਪੁਲਿਸ ਵਾਲੇ ਸਿਲੈਕਟ ਕਰੇ ਨੂੰ, 5000 ਬੰਦਾ, ਉਹਨੂੰ ਤਾਂ ਹਲੇ ਕੋਈ ਨਿਯੁਕਤੀ ਪੱਤਰ ਦਿੱਤਾ ਨਹੀਂ ਕਿਸੇ ਨੂੰ, ਉਹਨੂੰ ਦੇ ਦਿਓ, ਤਾਂ ਤਿਆਰ ਹੀ ਪਿਆ ਕੰਮ ਸਾਰਾ। ਸੋ ਮੇਰਾ ਮਤਲਬ ਸਰਕਾਰ ਇਹ ਆਪਦਾ ਨਾ, ਜਿਹੜੇ ਮੌਜੂਦਾ ਹਾਲਾਤ ਤੋਂ, ਬਿਜਲੀ ਦਾ ਬੁਰਾ ਹਾਲ ਹੈ ਪਿੰਡਾਂ 'ਚ, ਝੰਗੜਾ ਪੈਂਦਾ, ਬਿਜਲੀ ਨਹੀਂ ਆ ਰਹੀ। ਸੋ ਬੁਰਾ ਹਾਲ ਆ, ਉਹ ਤੋਂ ਖਹਿੜਾ ਛਡਾਉਣ ਦੀ ਮਾਰੀ ਆਹ ਕੁਛ ਕਰਦੀ ਹੈ। ਆਹ ਕਰਤਾ ਅਸੀਂ, ਆਹ ਗਰੰਟੀ ਪੂਰੀ ਕਰਤੀ, ਉਹ ਵੀ ਕਰਤਾ, ਹੁਣ ਅਸੀਂ ਇਉਂ ਕਰਾਂਗੇ, ਅਸੀਂ ਜੀ ਹੁਣ ਗਨਮੈਨ ਹਟਾ ਲਏ ਜੀ, ਅਸੀਂ ਹੁਣ ਜੀ ਭੱਠਲ ਤੋਂ ਕੋਠੀ ਖੋਹ ਲਈ ਜੀ। ਕਰੋ ਇਹ ਕੰਮ, ਤੁਹਾਡਾ ਡਿਊਟੀ ਹੈ, ਕਰੀ ਚੱਲੋ, ਕੋਈ ਪ੍ਰਧਾਨ ਨਹੀਂ। ਪਰ ਇਹ ਗੱਲਾਂ ਨੂੰ ਹਾਈਲਾਈਟ ਜ਼ਿਆਦਾ ਕਰਦੇ ਆ, ਜਿਹੜੀਆਂ ਅਸਲੀ ਗੱਲਾਂ ਉਹਨਾਂ ਨੂੰ ਪਾਸਾ ਵੱਟਣਾ ਚਾਹੁੰਦੇ ਆ, ਇਹਨਾਂ ਗੱਲਾਂ ਕਰਕੇ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੇ ਆ। ਉਹ ਸਾਰੀਆਂ ਗੱਲਾਂ ਤੇ ਕੱਲ ਖੁੱਲ੍ਹ ਕੇ 8 ਘੰਟੇ ਲਗਾਤਾਰ ਕੋਈ 6-7 ਘੰਟੇ ਖੁੱਲ੍ਹ ਕੇ ਵਿਚਾਰ ਵਟਾਂਦਰਾ ਕੀਤਾ ਸੀ ਸਾਰੇ। ਤੁਸੀਂ ਕੀ ਸੁਝਾਅ ਰੱਖਿਆ, ਕਿਉਂਕਿ ਪਿਛਲੇ ਦਿਨੀ ਤੁਸੀਂ ਇਹ ਵੀ ਗੱਲ ਕਹੀ ਕਿ ਬੀਜੇਪੀ ਦੇ ਨਾਲ ਜਿਹੜਾ ਤੋੜ ਵਿਛੋੜਾ ਹੋਇਆ, ਉਹਦੇ ਨਾਲ ਕਿੰਨਾ ਕੁ ਨੁਕਸਾਨ ਮੰਨਦੇ ਹੋ ਤੁਸੀਂ? ਕਹਿੰਦੇ ਹੋ ਕਿ ਉਹ ਤਾਂ ਜੇ ਸਾਰੀ ਕੈਲਕੂਲੇਟ ਕਰੀਏ, ਬੀਜੇਪੀ ਦਾ ਸਾਡਾ ਬੜਾ ਪੁਰਾਣਾ ਗੱਠਜੋੜ ਸੀਗਾ, ਮੌਕੇ ਤੇ ਆ ਕੇ ਕਿਸਾਨੀ ਮਸਲੇ ਤੇ ਸਾਡਾ ਉਹ ਟੁੱਟ ਗਿਆ, ਪਤਾ ਹੀ ਸੀ ਟੁੱਟੀ ਜਾਣਾ ਜੇ ਨਹੀਂ ਮਸਲਾ ਹੱਲ ਹੁੰਦਾ। ਉਹ ਸਾਡਾ ਫਾਈਨਲ ਡਿਸੀਜਨ ਸੀਗਾ ਕਿ ਜਿੱਦੇ ਤੁਸੀਂ ਪਾਰਲੀਮੈਂਟ 'ਚ ਬਿੱਲ ਪੇਸ਼ ਕਰਤਾ, ਅਸੀਂ ਉਹ ਛੱਡ ਦਿਆਂਗੇ ਤੁਹਾਨੂੰ। ਛੱਡਤਾ, ਕਾਨੂੰਨ ਉਹਨੇ ਵਾਪਸ ਵੀ ਲੈ ਲਏ। ਜਿਹੜੇ ਗੱਲ ਦਾ ਰੌਲਾ ਸੀ, ਜੇ ਸਾਡੀ ਗੱਲ ਮੰਨ ਲੈਂਦੇ ਤਾਂ ਫਿਰ ਨੌਬਤ ਹੀ ਨਹੀਂ ਸੀ ਆਉਂਦੀ। ਇਸ ਚੀਜ਼ ਦੀ ਚਰਚਾ ਹੁੰਦੀ ਹੈ, ਕਹਿੰਦੇ ਕਿ 3 ਮਹੀਨੇ ਤੱਕ ਤਾਂ ਗੁਣਗਾਨ ਕਰਦੇ ਰਹੇ, ਕਾਨੂੰਨ ਚੰਗੇ, ਕਹਿੰਦੇ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਵੀ ਗੁੱਸਾ ਸੀਗਾ, ਜਾਂ ਤਾਂ ਘੋਖ ਕਰਨ। ਤੁਸੀਂ ਜਦ ਤਾਂ ਮੀਡੀਆ ਨਹੀਂ ਸਮਝਦਾ ਕੁਝ, ਮੀਡੀਆ ਨੇ ਵੀ ਉਹਨੂੰ ਲੋਕਾਂ ਨੂੰ ਭੜਕਾਇਆ ਇਸ ਗੱਲ ਦੇ ਉੱਤੇ। ਮੈਂ ਇਹਦੇ 'ਚ ਮੀਡੀਆ ਨੂੰ ਵੀ ਦੋਸ਼ੀ ਕਹੂੰਗਾ। ਤੁਸੀਂ ਕਹੋਗੇ ਚਲੋ ਸਾਨੂੰ ਤਾਂ ਤੁਸੀਂ ਕਹਿ ਲਓ, ਪਰ ਉਹਦੇ 'ਚ ਮੈਂ ਤਰਕ ਦੇਣਾ ਤੁਹਾਨੂੰ। ਆਪਾਂ ਕੋਈ ਵੀ ਕੰਮ ਦੋਨੇ ਇਕੱਠੇ ਕਰ ਰਹੇ ਹਾਂ, ਉਹਦੀ ਜ਼ਿੰਮੇਵਾਰੀ ਵੀ ਆਪਣੀ ਦੋਨਾਂ ਦੀ ਹੈ। ਫਿਰ ਚੰਗੇ ਦੀ ਵੀ ਜ਼ਿੰਮੇਵਾਰੀ ਆਪਣੀ ਤੇ ਮਾੜੇ ਦੀ ਵੀ ਆਪਣੀ ਹੈ। ਚੰਗਾ ਹੋਏਗਾ ਤਾਂ ਵੀ ਆਪਾਂ ਦੋਨੇ ਇਕੱਠੇ ਆ, ਜੇ ਮਾੜਾ ਹੋਊਗਾ ਤਾਂ ਜ਼ਿੰਮੇਵਾਰੀ ਨਾ ਤੁਸੀਂ ਭਰ ਸਕਦੇ ਨਾ ਮੈਂ ਭਰ ਸਕਦਾ। ਜੇ ਆਪਾਂ ਜੁਆਇੰਟ ਆ ਤਾਂ ਅਸੀਂ ਕੈਬਨਿਟ ਦੇ ਵਿੱਚ ਵੀ ਹਿੱਸੇਦਾਰ ਬੈਠੇ ਹਾਂ, ਬਾਜ਼ਾਰ ਦੇ ਵਿੱਚ ਵੀ ਅਸੀਂ ਐਨਡੀਏ ਦੇ ਵਿੱਚ ਵੀ ਬੈਠੇ ਹਾਂ, ਤੇ ਗਵਰਨਮੈਂਟ ਨੇ ਇੱਕ ਬਿੱਲ ਲਿਆਂਦਾ ਕੈਬਨਿਟ ਦੇ ਵਿੱਚ, ਅਸੀਂ ਉਹਦਾ ਵਿਰੋਧ ਕੀਤਾ ਅੰਦਰ, ਜਿਹੜਾ ਸਾਡਾ ਹੱਕ ਸੀਗਾ। ਡੈਪੂਟੇਸ਼ਨ ਮਿਲੇ, ਅਸੀਂ ਮੋਦੀ ਸਾਹਿਬ ਨੂੰ ਮਿਲੇ, ਰਾਜਨਾਥ ਜੀ ਨੂੰ ਮਿਲੇ, ਅਮਿਤ ਸ਼ਾਹ ਜੀ ਨੂੰ ਮਿਲੇ, ਖੇਤੀਬਾੜੀ ਮਿਨਿਸਟਰ ਨੂੰ ਮਿਲੇ, ਨਾਢਾ ਸਾਹਿਬ ਨੂੰ ਮਿਲੇ ਕਿ ਇਹ ਬਿੱਲ ਨਾ ਲਿਆਓ,
ਤੁਸੀਂ ਸਾਡੇ ਨਾਲ ਇਹ ਪੁੱਛੇ ਤੋਂ ਬਿਨਾਂ ਲਿਆਂਦਾ, ਇਹ ਨਾ ਲਿਆਓ। ਉਹ ਕਹਿੰਦੇ ਬੇਫਿਕਰ ਹੋ ਜਾਓ ਤੁਸੀਂ, ਇਹ ਤਾਂ ਐਵੇਂ ਕੈਬਨਿਟ ਨੇ ਪਾਸ ਕੀਤਾ, ਕੈਬਨਿਟ ਦਾ ਪਾਸ ਹੋਇਆ ਕਾਨੂੰਨ ਤਾਂ ਹੁੰਦਾ ਨਹੀਂ, ਕਾਨੂੰਨ ਤਾਂ ਜਦੋਂ ਪਾਰਲੀਮੈਂਟ ਜਾਏਗਾ ਉਦੋਂ ਬਣੇਗਾ। ਸਾਨੂੰ ਉਹਨੇ ਵਿਸ਼ਵਾਸ ਦਿੱਤਾ ਪੂਰਾ ਕਿ ਅਸੀਂ ਇਹ ਬਿੱਲ ਪੇਸ਼ ਕਰਨ ਤੋਂ ਪਹਿਲਾਂ ਤੁਹਾਡੇ ਨਾਲ ਰਾਏ ਕਰਾਂਗੇ, ਕਿਸਾਨ ਜਥੇਬੰਦੀਆਂ ਨਾਲ ਰਾਏ ਕਰਾਂਗੇ, ਜੇ ਉਹਨਾਂ ਨੇ ਪ੍ਰਵਾਨਗੀ ਦੇਤੀ ਤਾਂ ਆਪਾਂ ਸਿਰੇ ਚੜਾ ਲਾਂਗੇ, ਨਾ ਦਿੱਤੀ ਤਾਂ ਜਿਹੜਾ ਉਹ ਕਹਿਣਗੇ ਸੋਧਾਂ ਕਰ ਦਿਆਂਗੇ, ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਤੁਸੀਂ ਬੇਫਿਕਰ ਹੋ ਜਾਓ। ਫਿਰ ਉਸ ਵੇਲੇ ਤਾਂ ਸਾਨੂੰ ਸਪੋਰਟ ਕਰਨੀ ਪੈਣੀ ਸੀ। ਉਹਨਾਂ ਨੇ ਕਿਹਾ ਵੀ ਸਾਨੂੰ ਇਹ ਵੀ ਆਪਾਂ ਹਲੇ ਨਾ ਇਹਦੇ ਤੇ ਰੌਲਾ ਪਾਓ, ਜੇ ਲੋਕਾਂ ਨੇ ਮੰਨ ਲਿਆ ਇਸ ਬਿੱਲ ਨੂੰ ਤਾਂ ਆਪਾਂ ਠੀਕ ਹੈ, ਨਾ ਮੰਨਣਗੇ ਤਾਂ ਆਪਾਂ ਸੋਧਾਂ ਕਰ ਲਾਂਗੇ। ਤੇ ਉਹ ਤਾਂ ਫਿਰ ਸਾਨੂੰ ਸਪੋਰਟ ਤਾਂ ਕਰਨੀ ਪੈਣੀ ਸੀ, ਜਾਂ ਅਸੀਂ ਉਸੇ ਵੇਲੇ ਬਾਜ਼ਾਰ 'ਚ ਛੱਡਦੇ, ਉੱਦਾਂ ਹੀ ਉਹਨਾਂ ਨਾਲ ਐਨਡੀਏ ਨੂੰ ਨਾਤਾ ਤੋੜਦੇ। ਪਰ ਉਹਨਾਂ ਦਾ ਕਿਉਂਕਿ ਅਸੀਂ ਆਂਦੇ ਸੀ ਵੀ ਸ਼ਾਇਦ ਇਹ ਸਾਡੀ ਗੱਲ ਮੰਨ ਲੈਣਗੇ, ਪਾਰਲੀਮੈਂਟ 'ਚ ਬਿੱਲ ਨੂੰ ਨਹੀਂ ਲਿਆਉਣਗੇ ਜਿੰਨਾ ਚਿਰ ਉਹਦਾ ਹੋਵੇ, ਇਸ ਕਰਕੇ ਅਸੀਂ ਮੰਨਦੇ, ਅਸੀਂ ਸਪੋਰਟ ਕੀਤੀ, ਅਸੀਂ ਮੁੱਕਰ ਨਹੀਂ ਦਿੱਤੀ। ਪਰ ਉਸ ਤੋਂ ਬਾਅਦ ਫਿਰ ਇਸੇ ਚੀਜ਼ ਨੂੰ ਲੈ ਕੇ ਜਾਂ ਤਾਂ ਸਮਝਾਉਣ ਦੇ ਵਿੱਚ ਡਿਲੇ ਹੋ ਗਿਆ ਅਕਾਲੀ ਦਲ ਦੇ ਕੋਲੋਂ। ਫਿਰ ਨਹੀਂ ਫਾਲੋ ਕਰ ਰਹੇ। ਮੈਂ ਕਿਹਾ ਵੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਤਾ ਕਿ ਪਾਰਲੀਮੈਂਟ 'ਚ ਬਿੱਲ ਨਹੀਂ ਪੇਸ਼ ਕਰਦੇ ਜਿੰਨਾ ਚਿਰ ਤੁਹਾਡੀ ਤੇ ਕਿਸਾਨ ਜਥੇਬੰਦੀਆਂ ਦੀ ਤਸੱਲੀ ਨਹੀਂ ਹੁੰਦੀ। ਫਿਰ ਸਾਨੂੰ ਚੁੱਪ ਹੀ ਕਰਨਾ ਪੈਣਾ ਸੀ ਨਾ। ਮੈਂ ਇਹ ਸਵਾਲ ਮੇਰਾ ਠੀਕ ਹੈ, ਤੁਸੀਂ ਆਪਣੀ ਗੱਲ ਰੱਖੀ ਹੈ। ਇਹ ਸਵਾਲ ਇਹ ਕਿ ਜਿਹੜੇ ਲੋਕ ਟਰੋਲ ਕਰਦੇ ਆ ਜਿਵੇਂ ਜਾਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਨ ਦੇ, ਕਦੇ ਪ੍ਰਕਾਸ਼ ਸਿੰਘ ਬਾਦਲ ਹੋਣਾ ਦਾ, ਸੁਖਬੀਰ ਸਿੰਘ ਬਾਦਲ ਹੋਣਾ ਦਾ, ਹਰਸਿਮਰਤ ਕੌਰ ਬਾਦਲ ਹੋਣਾ ਦਾ, ਕਿ ਉਹ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਕਾਨੂੰਨਾਂ ਦੇ ਫਾਇਦੇ ਗਿਣਾ ਰਹੇ ਸੀ ਜੀ। ਮੈਂ ਤਾਂ ਕਹੀ ਜਾਂਦਾ ਵੀ ਜਦੋਂ ਅਸੀਂ ਉਹਨਾਂ ਦੇ ਨਾਲ ਸੀ ਸਾਨੂੰ ਉਵੇਂ ਬੋਲਣਾ ਪੈਣਾ ਸੀ ਜਿਵੇਂ ਬੀਜੇਪੀ ਬੋਲਦੀ ਸੀ। ਅਸੀਂ ਨਾਲ ਅੰਦਰ ਖਾਤੇ ਜਿਹੜੀ ਸਾਡੀ ਡਿਊਟੀ ਸੀ ਅਸੀਂ ਨਿਭਾਈ ਸੀ। ਪਰ ਜਦੋਂ ਪਾਰਲੀਮੈਂਟ ਵਿੱਚ ਲੈ ਆਏ, ਆਪਣੀ ਗੱਲ ਤੋਂ ਉਹ ਮੁਨਕਰ ਹੋ ਗਏ, ਪਾਰਲੀਮੈਂਟ 'ਚ ਲੈ ਆਏ, ਅਸੀਂ ਫਿਰ ਵੀ ਮਿਲੇ ਕਿ ਸਾਥੋਂ ਹੁਣ ਰਿਹਾ ਨਹੀਂ ਜਾਣਾ, ਸਾਨੂੰ ਜਾਣਾ ਪੈਣਾ। ਉਹ ਕਹਿੰਦੇ ਤੁਹਾਡੀ ਮਰਜ਼ੀ ਹੈ, ਤੁਸੀਂ ਆਪਣਾ ਵੇਖ ਲਓ, ਪਰ ਸਾਡੀ ਮਜਬੂਰੀ ਹੈ, ਅਸੀਂ ਬਿੱਲ ਤਾਂ ਲਿਆਵਾਂਗੇ। ਫਿਰ ਅਸੀਂ ਉਹਨੂੰ ਕਹਿਤਾ ਸੀ ਵੀ ਤੁਹਾਡੀ ਮਰਜ਼ੀ ਹੈ, ਫਿਰ ਹੁਣ ਅਸੀਂ ਇਹ ਦੁਗਾ ਨਹੀਂ ਇਕੱਠੇ ਰਹਿ ਸਕਾਂਗੇ। ਫਿਰ ਅਸੀਂ ਅਸਤੀਫਾ ਵੀ ਦੇਤਾ ਤੇ ਐਨਡੀਏ ਵੀ ਛੱਡਤੀ। ਤੇ ਉਹ ਜੋ ਅਸੀਂ ਕਰ ਸਕਦੇ ਸੀ ਉਹ ਕੀਤਾ। ਉਦੋਂ ਪਹਿਲਾਂ ਜਾਂ ਤਾਂ ਉਦਾਂ ਹੀ ਪਹਿਲਾਂ ਹੀ ਕੋਈ ਗੱਲ ਪਹਿਲਾਂ, ਪਰ ਉਹਨਾਂ ਨੇ ਸਾਨੂੰ ਕੋਈ ਇਹੋ ਜਿਹੀ ਗੱਲ ਹੀ ਨਹੀਂ ਕੀਤੀ ਵੀ ਅਸੀਂ ਧੱਕੇ ਨਾਲ ਬਿੱਲ ਲਿਆਵਾਂਗੇ। ਤੇ ਫਿਰ ਉਹ ਇੰਨੇ ਚਿਰ ਦੀ ਸਾਂਝ ਇਹ ਨਹੀਂ ਤੋੜੀ ਜਾ ਸਕਦੀ ਹੁੰਦੀ ਵੀ ਐਵੇਂ ਜਦੋਂ ਬੰਦਾ ਵਿਸ਼ਵਾਸ ਦੇਈ ਜਾਂਦਾ ਫਿਰ ਨਹੀਂ ਤੋੜੀ ਜਾਂਦੀ ਹੁੰਦੀ। ਉਹ ਗੱਲ 'ਚ ਅਸੀਂ ਮੰਨਦੇ ਹਾਂ ਕਿ ਅਸੀਂ ਸਪੋਰਟ ਕੀਤੀ। ਪਰ ਬੀਜੇਪੀ ਦੇ ਨਾਲ ਕਦੇ ਗੱਠਜੋੜ ਹੋ ਸਕਦਾ ਕਿਉਂਕਿ ਖੇਤੀਬਾੜੀ ਕਾਨੂੰਨਾਂ ਦਾ ਮਸਲਾ ਹੁਣ ਹੱਲ ਹੋ ਚੁੱਕਿਆ। ਨਹੀਂ, ਜਿਹੜੇ ਦੇਖੋ ਪੋਲੀਟੀਕਲ ਸਿਸਟਮ ਕਹੇ ਜਾ, ਇਹਦੇ 'ਚ ਕੋਈ ਦੁਸ਼ਮਣੀ ਤਾਂ ਹੁੰਦੀ ਨਹੀਂ ਕਿਸੇ ਦੀ ਜਾਤੀ ਨਾ। ਸਾਡੀ ਕੋਈ ਬੀਜੇਪੀ ਨਾਲ ਕੋਈ ਇਹੋ ਜਿਹਾ ਵਿਗਾੜ ਹੈ ਕਿਸੇ ਪੁਆਇੰਟ ਦੇ ਉੱਤੇ ਵੀ ਕਿਤੇ ਵੀ ਅਸੀਂ ਮੁੜ ਕੇ ਇਕੱਠੇ ਨਹੀਂ ਹੋ ਸਕਦੇ। ਜਿਹੜੀ ਗੱਲ ਤੇ ਸਾਡਾ ਵਿਗਾੜ ਸੀ ਕਿਸਾਨਾਂ ਦੇ ਉੱਤੇ ਰੌਲਾ ਪਿਆ ਸੀਗਾ ਜਿਹਦੇ 'ਚ ਅਸੀਂ ਉਹਨਾਂ ਨੂੰ ਛੱਡਿਆ, ਉਹ ਹੁਣ ਆਪ ਹੀ ਉਹਨਾਂ ਨੇ ਵਾਪਸ ਲੈ ਲਿਆ। ਮੰਨ ਲਿਆ ਵੀ ਇਹ ਗਲਤ ਸੀਗੀ, ਉਹਨਾਂ ਨੇ ਖੁਦ ਹੀ ਵਾਪਸ ਲੈ ਲਿਆ। ਪ੍ਰਧਾਨ ਮੰਤਰੀ ਜੀ ਨੇ ਆਪ ਹੀ ਵੱਡਾ ਦਿਲ ਵਿਖਾ ਕੇ ਵਾਪਸ ਲੈ ਲਿਆ। ਚੰਗਾ ਹੋ ਗਿਆ, ਵਧੀਆ ਕੰਮ ਹੋਇਆ, ਰੌਲਾ ਮੁੱਕਿਆ। ਪਹਿਲਾਂ ਹੀ ਲੈ ਲੈਂਦੇ ਤਾਂ ਹੋਰ ਚੰਗਾ ਹੁੰਦਾ। ਤੇ ਹੁਣ ਸਾਡਾ ਕੋਈ ਕਲੈਸ਼ ਤਾਂ ਅਭੀ ਦੀ ਹੈ ਨਹੀਂਗਾ। ਹੁਣ ਮੈਂ ਤਾਂ ਕਹਿਣਾ ਕਿ ਜੇ ਅਸੀਂ ਜੋੜ ਕਰਦੇ ਹਾਂ, ਕੁਝ ਗੱਲਾਂ ਹੁੰਦੀਆਂ, ਜੇ ਅਸੀਂ ਪਿਛਲੀ 22 ਦੀ ਇਲੈਕਸ਼ਨ ਦਾ ਜੋੜ ਕਰਦੇ ਹਾਂ ਨਾ ਵੋਟਾਂ ਦਾ ਅਭੀ ਦੀ, ਤੇ ਸਾਡੀਆਂ ਸੀਟਾਂ 31-32 ਬਣਦੀਆਂ ਨੇ। ਤੇ ਸ਼ਾਇਦ ਜੇ ਇਕੱਠੇ ਰਲ ਕੇ ਲੜੇ ਹੁੰਦੇ ਹੋਰ ਵੀ 5-7 ਆ ਜਾਂਦੀਆਂ। ਚਲੋ ਉਹ ਤਾਂ ਹੁਣ ਛੱਡ ਦਈਏ ਗੱਲ। ਇੱਕ ਜੋ ਕਿ ਲੜੇ ਹੁੰਦੇ ਤਾਂ ਸੀਟਾਂ ਵੱਧ ਆ ਜਾਂਦੀਆਂ। ਵੱਧਾ, ਮੈਂ ਕਹਿਣਾ ਵੱਧਾ। ਮੈਂ ਉਹੀ ਗੱਲ ਅੱਗੇ ਤੋਰਨ ਲੱਗਿਆ ਸੀਗਾ ਕਿ ਜਦੋਂ ਸਾਡੇ ਨਾਲ ਬੀਜੇਪੀ ਵੀ ਨਿਕਲ ਗਈ, ਸਾਡੇ ਨਾਲ ਢੀਂਡਸਾ ਸਾਹਿਬ ਦਾ ਗਰੁੱਪ ਵੀ ਨਿਕਲ ਗਿਆ, 2 ਧੜੇ ਨਿਕਲ ਗਏ ਨਾ ਵਿੱਚੋਂ ਅਕਾਲੀ ਦਲ ਦਿਓ। ਤੇ ਉਸ ਵੇਲੇ ਲੋਕਾਂ ਦੇ ਮਨ 'ਚ ਗੱਲ ਚਲੀ ਗਈ ਕਿ ਅਕਾਲੀ ਦਲ ਹੁਣ ਜਿੱਤੇਗਾ ਨਹੀਂ, ਨਾ ਬੀਜੇਪੀ ਜਿੱਤੇਗੀ ਨਾ ਅਕਾਲੀ ਦਲ ਜਿੱਤੇਗਾ। ਇਹ ਅੱਡ ਹੋ ਗਏ, ਇਹਨਾਂ 'ਚ ਫੁੱਟ ਪੈ ਗਈ, ਵੋਟ ਵੰਡੀ ਜਾਏਗੀ। ਢੀਂਡਸਾ ਸਾਹਿਬ ਦਾ ਗਰੁੱਪ ਵੀ ਅੱਡ ਹੋ ਗਿਆ। ਉਦੋਂ ਤਾਂ ਪਤਾ ਨਹੀਂ ਸੀ ਵੀ ਇਹਨਾਂ ਨੂੰ ਵੋਟ ਨਹੀਂ ਪੈਣੀ, ਪਰ ਹੁੰਦਾ ਤਾਂ ਹੈ ਨਾ ਵੀ ਧੜਾ ਇੱਕ ਕਾਫੀ ਵੱਡੇ ਲੀਡਰ 2-3 ਬਾਹਰ ਨਿਕਲ ਗਏ। ਉਹਨਾਂ ਦੇ ਲੋਕਾਂ ਦੇ ਮਨ ਨੂੰ ਜੱਚ ਗਈ ਇਹ ਗੱਲ ਵੀ ਅਕਾਲੀ ਦਲ ਤਾਂ ਹੁਣ ਜਿੱਤੇਗਾ ਨਹੀਂ, ਇਹਨੂੰ ਵੋਟ ਪਾਉਣ ਦਾ ਕੋਈ ਫਾਇਦਾ ਨਹੀਂ। 12-13% ਵੋਟ ਨਿਊਟਰਲ ਹੈ ਆਪਣੇ ਪੰਜਾਬ 'ਚ, ਕਿ ਸਾਰੇ ਸੂਬਿਆਂ 'ਚ ਹੀ ਹੁੰਦੀ ਹੈ। ਉਹ ਮੌਕੇ ਤੇ ਫੈਸਲਾ ਕਰਦੀ ਹੈ ਕਿ ਕੌਣ ਜਿੱਤੇਗਾ। ਫਿਰ ਉਧਰ ਨੂੰ ਘੁੰਮ ਜਾਂਦੀ ਹੈ। ਉਹ ਐਮਐਲਏ ਨੂੰ ਵੀ ਵੇਖਦੀ ਹੈ ਉਹ ਵੀ ਜਿੱਤੇਗਾ ਕਿ ਨਹੀਂ ਜਿੱਤੇਗਾ, ਸਰਕਾਰ ਵੀ ਕਿਹਦੀ ਬਣਨੀ ਹੈ। ਉਹ ਜਦੋਂ ਸਾਡਾ ਤਾਂ ਇਹ ਗੱਲ ਹੀ ਹੋ ਗਈ, ਕਾਂਗਰਸ ਨੂੰ ਲੋਕੀ ਪਾਉਣਾ ਨਹੀਂ ਸੀ ਚਾਹੁੰਦੇ, ਇਸ ਕਰਕੇ ਉਹਨਾਂ ਨੇ ਫਿਰ ਆਪ ਵੱਲ ਜਾ ਚਲੇ ਗਏ। ਸਾਡੇ ਵੱਲ ਉਹਨਾਂ ਨੂੰ ਫੈਸਲਾ ਹੋ ਗਿਆ ਕਿ ਜਿੱਤਦੇ ਨਹੀਂ। ਜਦੋਂ ਇਹ ਗੱਲ ਆ ਜੇ ਫਿਰ ਨਿਊਟਰਲ ਵੋਟ ਦੂਜੇ ਪਾਸੇ ਚਲੀ ਜਾਂਦੀ ਹੈ। ਸਾਡਾ ਇਹ ਵੀ ਨੁਕਸਾਨ ਹੋਇਆ ਬਹੁਤ ਵੱਡਾ। 10-12% ਜਿਹੜੀ ਸਾਨੂੰ ਹੋਰ ਪੈਣੀ ਸੀਗੀ, ਜੇ ਅਸੀਂ ਇਕੱਠੇ ਹੁੰਦੇ ਸਾਨੂੰ ਹੋਰ ਪੈਂਦੀ। ਜਿਹੜੀ 25% ਪਈ ਸਾਡੀ ਰਲ ਕੇ 35-36 ਤੇ ਚਲੀ ਜਾਂਦੀ, ਜਿਹੜੀ ਕਿ ਅਸੀਂ ਸ਼ਾਇਦ ਆਪ ਨਾਲ ਵੀ ਉੱਪਰ ਚਲੇ ਜਾਂਦੇ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਹੈ ਕਿ ਅਕਾਲੀ ਦਲ ਹੱਥ ਵਧਾ ਸਕਦਾ ਹੈ ਜਾਂ ਫਿਰ ਬੀਜੇਪੀ ਕੋਸ਼ਿਸ਼ ਕਰ ਰਹੀ ਹੈ ਕਿ ਅਕਾਲੀ ਦਲ ਪੁਰਾਣਾ ਭਾਈਵਾਲ ਰਿਹਾ ਹੈ ਔਰ ਅਕਾਲੀ ਦਲ ਦੇ ਨਾਲ ਸਮਝੌਤਾ ਹੋ ਜਾਵੇ। ਹਲੇ ਸਾਡੀ ਕੋਈ ਵੇਖੋ ਇਹੋ ਜਿਹੀ ਸਟੇਜ ਤੇ ਗੱਲ ਤਾਂ ਚੱਲੀ ਨਹੀਂ ਦੋਨਾਂ ਪਾਰਟੀਆਂ ਦੀ ਵੀ ਜੇ ਅਸੀਂ ਕੋਈ ਬੈਠ ਕੇ ਇਸ ਇਸ਼ੂ ਤੇ ਵਿਚਾਰ ਕੀਤਾ ਹੋਵੇ। ਉਹ ਜਦੋਂ ਅਸੀਂ ਇਕੱਠੇ ਹੁੰਨੇ ਆ, ਕਦੇ ਕੋਈ ਖੁਸ਼ੀ ਗਮੀ ਤੇ ਇਕੱਠੇ ਹੋ ਗਏ ਬੀਜੇਪੀ ਦੇ ਲੀਡਰਾਂ ਨਾਲ ਇੱਕ ਦੂਜੇ ਦੇ ਜਾਂਦੇ ਰਹਿੰਦੇ, ਕਿਉਂਕਿ ਸਾਡਾ ਵਿਗਾੜ ਤਾਂ ਹੈ ਨਹੀਂ, ਪਿਆਰ ਤਾਂ ਇੱਕ ਦੂਜੇ ਨਾਲ ਹੈਗਾ ਹੀ ਆ। ਵਿਆਹ ਸ਼ਾਦੀ ਤੇ ਕਦੇ ਇਕੱਠੇ ਹੋ ਗਏ, ਕਿਸੇ ਹੋਰ ਫੰਕਸ਼ਨ ਤੇ, ਜਿਵੇਂ ਹੁਣ ਸਾਂਪਲਾ ਸਾਹਿਬ ਦਾ ਫੰਕਸ਼ਨ ਸੀਗਾ ਉੱਥੇ ਦਿੱਲੀ, ਪ੍ਰਧਾਨ ਜੀ ਸਾਡੇ ਗਏ ਸੀ, ਉੱਥੇ ਵੀ ਸਾਰੇ ਹੱਸਦੇ ਖੇਡਦੇ ਰਹੇ, ਸਾਰੇ ਲੀਡਰ ਹੀ ਸੀ ਬੀਜੇਪੀ ਦੇ। ਸੋ ਇਹ ਇਹੋ ਜਿਹੇ ਚੀਜ਼ਾਂ ਤੇ ਅਸੀਂ ਇਕੱਠੇ ਹੋ ਜਾਂਦੇ ਆ, ਕਈ ਥਾਵਾਂ ਦੇ ਉੱਤੇ ਇਕੱਠੇ ਹੋ ਜਾਂਦੇ ਆ। ਉੱਥੇ ਜ਼ਰੂਰ ਵਿਚਾਰ ਵਟਾਂਦਰਾ ਚੱਲਦਾ। ਇਹ ਗੱਲ ਮੈਂ ਕਹਿਣਾ ਦਿਲੋਂ, ਐਵੇਂ ਉੱਤੋਂ ਜੋ ਮਰਜ਼ੀ ਕੋਈ ਝੂਠ ਬੋਲੀ ਜਾਵੇ। ਸਾਡੇ ਬੰਦੇ ਵੀ ਚਾਹੁੰਦੇ ਆ ਕਿ ਸਮਝੌਤਾ ਹੋ ਜਾਣਾ ਚਾਹੀਦਾ ਤੇ ਬੀਜੇਪੀ ਦੇ ਵੀ ਸਾਰੇ ਚਾਹੁੰਦੇ ਆ ਵੀ ਸਮਝੌਤਾ ਪੰਜਾਬ 'ਚ ਹੋ ਜਾਣਾ ਚਾਹੀਦਾ। ਇਹਦੇ 'ਚ ਹੀ ਭਲਾ ਕੱਲੇ ਨੂੰ ਮੈਨੂੰ ਲੱਗਦਾ ਵੀ ਕੋਈ ਸਾਥੋਂ ਫਿਰ ਵੀ ਅੱਗੇ ਕਿਸੇ ਗੱਲ ਕੋਈ ਨਾ ਬਣੇ ਸ਼ਾਇਦ, ਜੇ ਕੱਲੇ ਰਹੇ। ਤੇ ਜੇ ਇਕੱਠੇ ਹੋ ਗਏ, ਹੋ ਸਕਦਾ ਇਕੱਲੇ ਹੋ ਕੇ ਤਕੜੇ, ਅਸੀਂ ਵੀ ਤਕੜੇ ਹੋ ਸਕਦੇ, ਉਹ ਵੀ ਹੋ ਸਕਦੇ। ਤਾਂ ਆਉਣ ਵਾਲੇ ਸਮੇਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਸਾਡੇ ਵਰਕਰਾਂ ਦੀ ਅੰਦਰੋਂ ਭਾਵਨਾ ਹੈਗੀ ਆ ਦੋਨਾਂ ਪਾਰਟੀਆਂ ਦੀ ਕਿ ਇਕੱਠੇ ਹੋ ਜਾਣਾ ਚਾਹੀਦਾ।
ਜਦੋਂ ਗੱਠਜੋੜ ਟੁੱਟਿਆ ਅਕਾਲੀ ਦਲ ਦਾ ਬੀਜੇਪੀ ਦੇ ਨਾਲ, ਬੀਜੇਪੀ ਵਾਲਿਆਂ ਨੇ ਤਾਂ ਬਹੁਤ ਸਟੇਟਮੈਂਟਾਂ ਚੁੱਕ ਕੇ ਦਿੱਤੀਆਂ। ਉਹ ਕਹਿੰਦੇ ਕਿ ਸਾਨੂੰ ਤਾਂ ਬਹੁਤ ਵਧੀਆ ਹੋ ਗਿਆ, ਕਹਿੰਦੇ ਕਿ ਇਹਨਾਂ ਨੇ ਤਾਂ ਭੱਠਾ ਬਿਠਾਇਆ, ਕਹਿੰਦੇ ਇਹਨਾਂ ਨੇ, ਇਹ ਔਨ ਰਿਕਾਰਡ ਸਟੇਟਮੈਂਟ ਸੀਗੀਆਂ। ਉਹ ਕਹਿੰਦੇ ਕਿ ਅਕਾਲੀ ਦਲ ਦੇ ਕਰਕੇ ਬੀਜੇਪੀ ਗਰੋ ਨਹੀਂ ਕਰ ਸਕੀ, ਕਹਿੰਦੇ ਕਿ ਵਧੀਆ ਹੋਇਆ ਵਿਛੋੜਾ, ਤੋੜ ਵਿਛੋੜਾ ਹੋ ਗਿਆ। ਤਾਂ ਐ ਹੁੰਦਾ, ਸਿਆਣੇ ਕਹਿੰਦੇ ਆ ਗਾਉਂਦੀਆਂ ਦੀਆਂ ਸਿੱਠਣੀਆਂ ਤੇ ਲੜਦੀਆਂ ਦੇ ਮਿਹਣੇ। ਇਹ ਤਾਂ ਬਣੀ ਆਈ ਹੈ ਦੁਨੀਆ, ਜਦੋਂ ਇਕੱਠੇ ਹੋ ਗਏ ਉਦੋਂ ਇੱਕ ਦੂਜੇ ਨੂੰ ਚੰਗਾ ਕਹੀਦਾ, ਜਦੋਂ ਫਿਰ ਫਰਕ ਪੈ ਜੇ ਗੁੱਸਾ ਤਾਂ ਆਉਂਦਾ ਹੀ ਇੱਕ ਦੂਜੇ ਨੂੰ। ਉਹਨਾਂ ਨੂੰ ਵੀ ਸਾਡੇ ਤੇ ਆਇਆ ਹੋਊਗਾ, ਕਿਉਂਕਿ ਉਹਨਾਂ ਨੂੰ ਤੰਗ ਬਹੁਤ ਕੀਤਾ ਉਸ ਵੇਲੇ, ਹਾਲਾਤ ਜਿਹੜੇ ਸੀਗੇ ਪੰਜਾਬ 'ਚ ਤੁਹਾਨੂੰ ਪਤਾ ਹੀ ਹੈ। ਫਿਰ ਗੁੱਸਾ ਤਾਂ ਬੰਦੇ ਨੂੰ ਆਉਂਦਾ ਹੀ ਹੈਗਾ। ਤੇ ਚਲੋ ਕੋਈ ਉਹੋ ਜਿਹੀ ਹਾਲਾਤ ਸੀਗੇ, ਉਹ ਕਰ ਸਕਦੇ ਨੇ ਜਦੋਂ ਆਪੋਜੀਸ਼ਨ ਚਲੇ ਗਏ। ਇਹ ਵੀ ਨਹੀਂ ਹੈਗਾ ਬੀਜੇਪੀ ਵੀ ਗਰੋਥ ਕਰ ਸਕਦੀ, ਅਸੀਂ ਤਾਂ ਕਹਿੰਦੇ ਕਰੇ ਬੀਜੇਪੀ ਗਰੋਥ, ਚੰਗੀ ਗੱਲ ਹੈ। ਅਸੀਂ ਕਦੋਂ ਰੋਕਦੇ ਉਹਨਾਂ ਨੂੰ, ਅਸੀਂ ਤਾਂ ਕਹਿੰਦੇ ਕਰਨੀ ਚਾਹੀਦੀ ਹੈ। ਪਰ ਬੀਜੇਪੀ ਇਕੱਲੇ ਪੰਜਾਬ 'ਚ ਨਹੀਂ, ਬੀਜੇਪੀ ਵੇਖੋ ਤੁਹਾਨੂੰ ਮੈਂ ਦੱਸਾਂ ਤਾਮਿਲਨਾਡੂ 'ਚ ਵੀ ਬਹੁਤ ਜ਼ੋਰ ਲਾਉਂਦੇ, ਉੱਥੇ ਨਹੀਂ ਗਰੋਥ ਹੋਈ। ਕੇਰਲਾ 'ਚ ਬਹੁਤ ਜ਼ੋਰ ਲਾਉਂਦੇ, ਉੱਥੇ ਨਹੀਂ ਗਰੋਥ ਹੋਈ। ਤੇ ਆਪਣਾ ਉੜੀਸਾ 'ਚ ਕਾਫੀ ਜ਼ੋਰ ਲਾਉਂਦੇ ਆ, ਬੰਗਾਲ 'ਚ ਕਾਫੀ ਜ਼ੋਰ ਲਾਉਂਦੇ ਆ, ਨਹੀਂ ਹੋਈ ਗਰੋਥ। ਸੋ ਕਈ ਥਾਈਂ ਰਲ ਮਿਲ ਕੇ ਠੀਕ ਬੈਠਦੇ, ਕਈ ਥਾਈਂ ਇਕੱਲੇ ਵੀ ਤਕੜੇ ਨੇ, ਉਹਦੇ 'ਚ ਕੋਈ ਦੋ ਰਿਆ ਨਹੀਂ। ਪਰ ਹਰ ਪਾਰਟੀ ਨੂੰ ਅਧਿਕਾਰ ਆ ਆਪਦਾ ਕੇਡਰ ਵਧਾਉਣ ਦਾ, ਬੀਜੇਪੀ ਨੂੰ ਵੀ ਅਧਿਕਾਰ ਆ, ਅਸੀਂ ਕੋਈ ਉਸ ਗੱਲ ਤੇ ਰੋਕ ਨਹੀਂ ਲਾਉਂਦੇ। ਵੱਡੇ ਵੱਡੇ ਥੰਮ ਢੇਰੀ ਹੋ ਜਾਣਾ। ਪਹਿਲਾਂ ਇਹ ਚੱਲ ਰਿਹਾ ਸੀ, ਇਲੈਕਸ਼ਨ ਦੇ ਵਿੱਚ ਵੀ ਕਵਰੇਜ ਦੌਰਾਨ ਚਰਚਾ ਚੱਲਦੀ ਸੀ ਕਿ ਕਾਂਗੜ ਵਰਸੇਜ ਮਲੂਕਾ ਜਾਂ ਮਲੂਕਾ ਵਰਸੇਜ ਕਾਂਗੜ ਚੱਲ ਰਿਹਾ ਸੀ, ਔਰ ਬਾਕੀ ਸੀਟਾਂ ਤੇ ਚਲੋ ਵੱਖ-ਵੱਖ ਸੀਗੇ। ਪਰ ਐਂ ਲੱਗ ਰਿਹਾ ਸੀ ਕਿ ਵੱਡੇ ਵੱਡੇ ਥੰਮ ਜਿਹੜੇ ਨੇ ਉਹ ਤਾਂ ਚਲੋ ਪਾਰ ਲਾ ਹੀ ਦੇਣਗੇ। ਪਰ ਸੁਖਪ੍ਰਕਾਸ਼ ਸਿੰਘ ਬਾਦਲ ਹੁਣੀ ਹਾਰ ਗਏ, ਸੁਖਬੀਰ ਸਿੰਘ ਬਾਦਲ, ਮਜੀਠੀਆ ਹੁਣੀ ਹਾਰ ਗਏ। ਸਾਡੀ ਸੀਟ ਤਾਂ ਇੱਕ ਬੰਦਾ ਵੀ ਨਹੀਂ ਸੀ ਕਹਿੰਦਾ। ਈਵਨ ਕਾਂਗਰਸ ਸਾਹਿਬ ਨੇ ਵੀ ਆਪਦੇ ਬੰਦਿਆਂ ਨੂੰ ਕਹਿਤਾ ਸੀ ਕਿ ਆਪਾਂ ਜਿੱਤਦੇ ਨਹੀਂ, ਮਲੂਕਾ ਸਾਹਿਬ ਹੀ ਜਿੱਤਣਗੇ, ਆਪਾਂ ਨਹੀਂ ਜਿੱਤਦੇ। ਬਲਕਾਰ ਸਿੱਧੂ ਨੇ ਵੀ ਕਹਿਤਾ ਸੀ ਵੀ ਜਿੱਤਦੇ ਤਾਂ ਆਪਾਂ ਹੈ ਨਹੀਂ, ਲੜਾਈ ਲੜੋ। ਸਾਰੇ ਵਰਕਰ ਕਿਤੇ ਵੀ ਦੁਨੀਆ ਦੇ ਕੋਈ ਵੀ ਇੱਕ ਵੀ ਬੰਦਾ ਨਹੀਂ ਸੀ ਦੇਸ਼ ਵਿਦੇਸ਼ 'ਚ ਹਿੰਦੁਸਤਾਨ 'ਚ ਜਿਹੜਾ ਕਹਿੰਦਾ ਸੀ ਰਾਮਪੁਰਾ ਫੂਲ ਸੀਟ ਮਲੂਕਾ ਸਾਹਿਬ ਨਹੀਂ ਜਿੱਤਦੇ। ਸਾਰੀਆਂ ਏਜੰਸੀਆਂ, ਸਾਰੇ ਤੁਹਾਡੇ ਪ੍ਰੈਸ ਵਾਲੇ ਸਾਰੇ ਕਹਿੰਦੇ ਜਿੱਤੋਗੇ। ਈਵਨ ਕਾਂਗਰਸ ਦਾ ਜਿਹੜਾ ਸਰਵਾ ਉਹਦੇ 'ਚ ਵੀ ਮੇਰਾ ਨਾਂ ਸੀ, ਜਿਹੜਾ ਆਪ ਵਾਲਿਆਂ ਦੇ 3 ਸਰਵੇ ਹੋਏ ਉਹਦੇ 'ਚ ਵੀ ਮੇਰਾ ਨਾਂ ਸੀ, ਅਕਾਲੀ ਦਲ ਦੇ ਤਾਂ ਚਲੋ ਸੀ, ਜਿਹੜੀਆਂ ਗਵਰਨਮੈਂਟ ਦੀਆਂ ਏਜੰਸੀਆਂ ਉਹਦੇ 'ਚ ਵੀ ਮੇਰਾ ਨਾਂ ਸੀ। ਈਵਨ ਮੈਂ ਤੜਕੇ ਗਿਣਤੀ 'ਚ ਗਿਆ, ਉਦੋਂ ਵੀ ਮੈਨੂੰ ਜਿਹੜੇ ਇਹ ਅਫਸਰ ਹੁੰਦੇ ਆ ਇਸ ਲੈਣ ਦੇ, ਉਹਨਾਂ ਨੇ ਕਿਹਾ ਬੇਫਿਕਰ ਹੋ ਕੇ ਜਾਓ ਜੀ, ਤੁਹਾਡਾ ਤਾਂ ਕਲੀਅਰ ਹੈ, ਕੋਈ ਰੌਲਾ ਹੀ ਨਹੀਂ ਹੈਗਾ। ਮੈਂ ਉੱਥੇ ਗਿਆ ਜਿੱਦੇ ਵੋਟਾਂ ਪੈਂਦੀਆਂ ਸੀ, ਉਦੋਂ ਵੀ ਆਪ ਵਾਲੇ ਜਿਹੜੇ ਸੀਗੇ ਬੰਦੇ ਅੰਦਰ, ਜਿਹੜੇ ਗਿਣਤੀ ਸ਼ੁਰੂ ਹੋਈ, ਉਦੋਂ ਵੀ ਜਿਹੜੇ ਆਪ ਦੇ ਏਜੰਟ ਸੀ, ਉਹ ਜੀ ਇੱਥੇ ਤਾਂ ਜਿੱਤਣਾ ਤਾਂ ਤੁਸੀਂ ਹੈ ਤੇ ਚਲੋ ਗਿਣਤੀ ਤਾਂ ਅਸੀਂ ਕਰਾਉਣੀ ਹੈ। ਬਲਕਾਰ ਸਿੱਧੂ ਨੇ ਮੈਨੂੰ ਖੁਦ ਵਧਾਈ ਦਿੱਤੀ ਆ ਕੇ, ਪਹਿਲਾਂ ਜਦੋਂ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ, ਅੰਕਲ ਇੱਥੇ ਜਿੱਤਣਾ ਤਾਂ ਤੁਸੀਂ ਹੈ ਪਰ ਸਰਕਾਰ ਸਾਡੀ ਬਣੂਗੀ। ਮੈਂ ਕਿਹਾ ਚਲ ਕੋਈ ਨਹੀਂ ਕਾਕਾ, ਜਿਹੜਾ ਕੁਛ ਹੋਊਗਾ ਆਪਾਂ ਵੇਖਦੇ ਹਾਂ। ਸੋ ਇਹ ਹਾਲਾਤ ਸੀਗੇ। ਹੁਣ ਪਤਾ ਨਹੀਂ ਕਿਵੇਂ ਹਵਾ ਕਿਵੇਂ ਚੇਂਜ ਹੋਈ। ਜਿਵੇਂ ਮੈਂ ਦੱਸਿਆ ਤੁਹਾਨੂੰ ਕਿ ਕੁਝ % ਸਰਕਾਰ ਵੱਲ ਨੂੰ ਜਾਂਦੀ ਹੁੰਦੀ ਹੈ, ਉਹਨੇ ਮੇਰਾ ਵੀ ਨੁਕਸਾਨ ਕੀਤਾ। ਭਾਵੇਂ ਮੈਂ ਤੇ ਜਿਹੜਾ ਡਿੰਪੀ ਗਿੱਦੜਵੇ ਵਾਲਾ ਸੀ ਥੋੜ੍ਹੀਆਂ ਵੋਟਾਂ ਤੇ ਹਾਰਿਆ ਉਸ ਏਰੀਏ ਸਾਰਿਆਂ ਤੋਂ, ਪਰ ਫਿਰ ਵੀ ਨੁਕਸਾਨ ਤਾਂ ਹੁੰਦਾ ਹੀ ਆ। ਜਦੋਂ ਹਵਾ ਇਹ ਬਣ ਜੇ ਕਿ ਅਕਾਲੀਆਂ ਦੀ ਸਰਕਾਰ ਨਹੀਂ ਬਣਨੀ, ਫਿਰ ਉਹ ਨੁਕਸਾਨ ਤਾਂ ਨਾਲ ਉਹਦੇ 'ਚ ਸਾਡਾ ਵੀ ਹੋਇਆ। ਪਰ ਅਕਾਲੀ ਦਲ ਜਿਹਦਾ ਮਾਣ ਮੱਤਾ ਇਤਿਹਾਸ ਹੋਵੇ, 3 ਸੀਟਾਂ ਤੇ ਸਿਮਟ ਕੇ ਰਹਿ ਜਾਣਾ ਅਕਾਲੀ ਦਲ। ਪਿਛਲੀ ਵਾਰ ਵੀ ਲਗਾਤਾਰ ਦੂਸਰੀ ਵਾਰ ਹਾਰੇ, ਔਰ ਦੂਸਰੀ ਵਾਰ ਬੁਰੇ ਤਰੀਕੇ ਦੇ ਨਾਲ ਹਾਰੇ। ਔਰ ਇਸ ਦੇ ਪਿੱਛੇ ਘੋਖ ਕੀਤੀ, ਵਜ੍ਹਾ ਕੀ ਹੈ ਇਸ ਦੇ ਪਿੱਛੇ ਦੀ? ਨਹੀਂ, ਮੈਂ ਉਹੀ ਗੱਲ ਕਰਦਾ। ਵੇਖੋ ਵਜ੍ਹਾ ਨੂੰ ਕੋਈ ਇਹੋ ਜਿਹਾ ਕੋਈ ਮਾੜਾ ਕੰਮ ਤਾਂ ਅਸੀਂ ਪਿਛਲੇ 5 ਸਾਲਾਂ 'ਚ ਤਾਂ ਅਸੀਂ ਕੋਈ ਮਾੜਾ ਕੰਮ ਨਹੀਂ ਕੀਤਾ। ਚਲੋ ਸਰਕਾਰ ਵੇਲੇ ਤਾਂ ਮੰਨ ਲਓ ਚੰਗੇ ਵੀ ਹੋਇਆ, ਕੋਈ ਮਾੜਾ ਵੀ ਹੋ ਗਿਆ ਹੋਊ, ਅਸੀਂ ਨਹੀਂ ਕਹਿੰਦੇ ਨਹੀਂ। ਜਦੋਂ ਕੰਮ ਕਰਦੇ ਆ ਮਾੜੇ ਵੀ ਹੋ ਜਾਂਦੇ, ਚੰਗੇ ਹੋਏ, ਉਹ ਮੰਨ ਲੈਣਾ ਚਾਹੀਦਾ। ਜੇ ਲੋਕਾਂ ਨੂੰ ਕੋਈ ਗੱਲ ਨਹੀਂ ਪਸੰਦ ਤਾਂ ਸਾਨੂੰ ਵੀ ਮੰਨ ਲੈਣਾ ਚਾਹੀਦਾ ਕਿਤੇ ਸਾਥੋਂ ਕੋਈ ਗਲਤੀ ਹੋਈ ਹੋਊਗੀ। ਪਰ ਪਿਛਲੇ 5 ਸਾਲ ਤੱਕ ਕੋਈ ਇਹੋ ਜਿਹੀ ਗੱਲ ਹੀ ਨਹੀਂ। ਤੇ ਕਾਂਗਰਸ ਸੀਗੀ ਸੱਤਾ ਦੇ ਵਿੱਚ, ਤਾਂ ਜੇ ਕੋਈ ਗਲਤੀਆਂ ਕੀਤੀਆਂ, ਜੇ ਚੰਗੇ ਕੰਮ ਕੀਤੇ ਜਾਂ ਮਾੜੇ ਕੀਤੇ, ਉਹ ਕਾਂਗਰਸ ਨੇ ਕੀਤੇ, ਅਸੀਂ ਤਾਂ ਆਪੋਜੀਸ਼ਨ ਸੀ। ਇਹ ਸਾਨੂੰ ਸਜ਼ਾ ਕਾਹਦੀ? ਉਹ ਮੈਂ ਤੁਹਾਨੂੰ ਦੱਸਿਆ ਕਿ ਉਹੀ ਅਸਰ ਹੋਇਆ ਜਿਹੜਾ ਮੈਂ ਕੀਤਾ, ਕਿ ਜਦੋਂ ਸਾਡੇ 'ਚ ਫੁੱਟ ਪੈ ਗਈ ਤਾਂ ਇੱਕ ਵੱਡਾ ਗਰੁੱਪ ਬੀਜੇਪੀ ਦਾ ਅੱਡ ਹੋ ਗਿਆ, ਇੱਕ ਅਕਾਲੀ ਦਲ ਦਾ ਗਰੁੱਪ ਅੱਡ ਹੋ ਗਿਆ, ਲੋਕਾਂ ਦੇ ਮਨ ਤੇ ਹੋ ਗਿਆ ਕਿ ਅਕਾਲੀ ਦਲ ਜਿੱਤਦਾ ਨਹੀਂ। ਤੇ ਫਿਰ ਲੋਕ ਆਪਣੇ ਇੱਕ ਤਰਫੇ ਫੈਸਲੇ ਕਰਦੇ ਆ। ਅੱਗੇ ਵੀ ਕਈ ਵਾਰੀ ਹੋਏ ਨੇ, ਜਿਵੇਂ ਤੁਹਾਨੂੰ 99 ਦੀ ਗੱਲ ਦੱਸ ਕੇ ਹਟਿਆ। ਸੋ ਉਹਨਾਂ ਨੇ ਫੈਸਲਾ ਕਰ ਲਿਆ ਕਿ ਹੁਣ ਕਾਂਗਰਸ ਨੂੰ ਅਸੀਂ ਪਾਉਣੀਆਂ ਨਹੀਂ, ਅਕਾਲੀ ਦਲ ਜਿੱਤਦਾ ਨਹੀਂ, ਹੁਣ ਆਪ ਹੀ ਹੈ ਸਾਡੇ ਕੋਲ, ਹੋਰ ਕੋਈ ਚਾਰਾ ਹੀ ਨਹੀਂ। ਪਰ ਕੀ ਲੱਗਦਾ ਤੁਹਾਨੂੰ ਲੀਡਰਸ਼ਿਪ ਦੇ ਵਿੱਚ ਚੇਂਜਸ ਅਕਾਲੀ ਦਲ ਕੀ ਕਰਨ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ? ਨਹੀਂ, ਲੀਡਰਸ਼ਿਪ ਦੇ ਵਿੱਚ ਚੇਂਜ ਕਰਨ ਨੂੰ ਕੋਈ ਹੁੰਦਾ ਨਹੀਂ। ਪਾਰਟੀਆਂ ਜਦੋਂ ਮਰਜ਼ੀ ਚਾਹਣ ਲੀਡਰਸ਼ਿਪ ਚੇਂਜ ਕਰ ਸਕਦੀਆਂ ਹੁੰਦੀਆਂ, ਲੋਕਾਂ ਦੀ ਮਰਜ਼ੀ ਹੈ, ਲੀਡਰ ਵੀ ਲੋਕਾਂ ਦੇ ਨਾਲ ਹੀ ਹੁੰਦਾ। ਪਰ ਇਸ ਵੇਲੇ ਕੋਈ ਇਹੋ ਜਿਹੀ ਸਾਨੂੰ ਲੀਡਰਸ਼ਿਪ ਪੰਜਾਬ ਦੇ ਵਿੱਚ ਹੋਰ ਉੱਭਰਦੀ ਦਿੰਦੀ ਨਹੀਂ ਜਿਹੜੀ ਕੋਈ ਬਾਦਲ ਫੈਮਿਲੀ ਦੇ ਸਥਾਨ ਲੈ ਸਕਦੀ ਹੋਵੇ। ਕੋਈ ਵੀ ਐਸਾ ਬੰਦਾ ਨਹੀਂ, ਤੁਸੀਂ ਦੱਸ ਦਿਓ ਮੈਨੂੰ ਕਿ ਨਿਗਾਹ ਦੇ ਵਿੱਚ ਤਾਂ ਹੈਗਾ ਕਿ ਕੋਈ ਬਾਦਲ ਫੈਮਿਲੀ ਦਾ ਸਥਾਨ ਲੈ ਸਕਦਾ ਹੋਵੇ ਬੰਦਾ। ਪਿਛਲੇ ਦਿਨੀ ਮਨਜਿੰਦਰ ਸਿੰਘ ਸਿਰਸਾ ਜਦੋਂ ਵੱਖ ਹੋਏ, ਉਹਨਾਂ ਦਾ ਇੰਟਰਵਿਊ ਅਸੀਂ ਕੀਤਾ, ਔਰ ਮੇਰੇ ਦੌਰਾਨ ਇੰਟਰਵਿਊ 'ਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਨੁਕਸਾਨ ਹੋਊਗਾ ਅਕਾਲੀ ਦਲ ਦਾ, ਬੀਜੇਪੀ ਵੀ ਠੀਕ ਠਾਕ ਰਹੂਗੀ ਔਰ ਅਕਾਲੀ ਦਲ ਵੀ ਠੀਕ ਠਾਕ ਰਹੂਗਾ। ਪਰ ਉਹਨਾਂ ਨੇ ਕਿਹਾ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਨੇੜਲੇ ਬੰਦੇ ਆ, ਉਹਨਾਂ ਨੂੰ ਜ਼ਰੂਰ ਚਾਹੀਦਾ ਕਿ ਉਹਨਾਂ 'ਚ ਥੋੜ੍ਹਾ ਜਿਹਾ ਕੱਪੜ ਛਾਣ ਕਰਕੇ ਚੇਂਜ ਕਰ ਦੇਣ ਉਹਨਾਂ ਦੇ ਵਿੱਚ। ਕਹਿੰਦੇ ਉਹ ਮਿਸਗਾਈਡ ਬਹੁਤ ਕਰਦੇ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ। ਉਹੀ ਜਿਹੀਆਂ ਗੱਲਾਂ 'ਤੇ ਤਾਂ ਵਿਚਾਰਿਆ ਜਾ ਸਕਦਾ, ਜੇ ਕਿਤੇ ਲੱਗੇ ਸਾਨੂੰ ਕੁਝ ਸਾਡੀ ਨਿਗਾਹ 'ਚ ਵੀ ਹੈਗੀ ਗੱਲ, ਇਹੋ ਜਿਹੀਆਂ ਗੱਲਾਂ 'ਤੇ ਤਾਂ ਵਿਚਾਰ ਕੀਤਾ ਜਾ ਸਕਦਾ। ਜਿਹੜੇ ਕੋਈ ਬੰਦੇ ਨਹੀਂ ਕਰੀ, ਕਿਹੜੇ ਬੰਦੇ ਜਿਹੜੇ ਦੂਰ ਕਰਨ ਵਾਲੇ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ? ਅੰਦਰੂਨੀ ਪਾਰਟੀ ਦੀਆਂ ਗੱਲਾਂ ਟੀਵੀਆਂ ਤੇ ਨਹੀਂ ਕੀਤੀਆਂ ਜਾ ਸਕਦੀਆਂ। ਬਹੁਤ ਕੁਝ ਵਿਚਾਰ ਕਰ ਰਹੇ, ਬਹੁਤ ਬੈਠ ਕੇ ਗੱਲਾਂ ਕਰਦੇ ਆ ਪ੍ਰਧਾਨ ਜੀ ਨਾਲ, ਬਹੁਤ ਗੱਲਾਂ ਉਹਨਾਂ ਨਾਲ ਸਾਂਝੀਆਂ ਕਰਦੇ ਆ। ਜਿੱਥੇ ਕੋਈ ਪ੍ਰੋਬਲਮ ਹੈ ਜਾਂ ਕੋਈ ਮਸਲੇ ਆ ਜਾਂ ਇਹੋ ਜਿਹੜੀਆਂ ਗੱਲਾਂ ਆਪਾਂ ਕਰਦੇ ਆ, ਇਹ ਅੰਦਰ ਬੈਠ ਕੇ ਸਾਰੀਆਂ ਕੀਤੀਆਂ, ਕਰ ਰਹੇ ਆ, ਅੱਗੇ ਵੀ ਕਰਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰਣਨੀਤੀ ਰਹਿਣ ਵਾਲੀ ਹੈ ਅਕਾਲੀ ਦਲ ਦੀ? ਕਿਸ ਤਰੀਕੇ ਦੇ ਨਾਲ ਤੁਸੀਂ? ਹਲੇ ਅਸੀਂ ਥੋੜਾ ਜਿਹਾ ਟਾਈਮ ਦੇਣਾ ਚਾਹੁੰਦੇ ਹਾਂ। ਹਲੇ ਅਸੀਂ ਵੇਖੋ 50 ਦਿਨ ਹੋਏ ਅੱਜ, 50 ਦਿਨ ਵੀ ਮੈਂ ਕਹਿੰਦਾ ਕੋਈ ਸਰਕਾਰ ਵਾਸਤੇ ਜ਼ਿਆਦਾ ਨਹੀਂ ਹੁੰਦੇ। ਜਿਵੇਂ ਬਿਜਲੀ ਦਾ ਸੰਕਟ ਹੈ, ਬਿਜਲੀ ਦਾ ਸੰਕਟ ਤਾਂ ਹੁਣ ਕਸੂਰ ਜਿਹਦੇ ਦੋਸ਼ੀ ਤਾਂ ਕਾਂਗਰਸ ਹੈ।
ਜਿਵੇਂ ਇਹਨਾਂ ਦੀ ਵੀ ਪੈ ਗਈ ਹੈ, ਇੱਕ ਥੋੜੀ ਬਹੁਤੀ ਗਲਤੀ ਇਹਨਾਂ ਦੀ ਵੀ ਹੈਗੀ ਹੈ। 5 ਸਾਲ ਕਾਂਗਰਸ ਨੇ ਕੋਈ ਬਿਜਲੀ ਪੈਦਾ ਕੀਤੀ, ਇੱਕ ਯੂਨਿਟ ਨਹੀਂ ਪੈਦਾ ਕੀਤੀ। ਆਪਾਂ ਜਿਹੜੀ ਕਰਕੇ ਸਰਪਲਸ ਕਰਕੇ ਗਏ ਸੀ ਆਪਾਂ, ਬਲਕਿ 16 ਤੇ 15 ਚ ਅਸੀਂ ਬਿਜਲੀ ਵੇਚੀ ਆ ਬਾਹਰਲੀਆਂ ਸਟੇਟਾਂ ਨੂੰ। 240 ਕਰੋੜ ਦੀ 16 ਚ ਵੇਚੀ, 130 ਕਰੋੜ ਦੀ 15 ਚ ਵੇਚੀ, ਤੇ ਬਿਜਲੀ ਕਦੇ ਬੰਦ ਹੋਈ ਸੀ ਤੁਸੀਂ ਵੇਖਿਆ ਪੰਜਾਬ ਦੇ ਵਿੱਚ? ਤੇ ਹੁਣ ਬੁਰਾ ਹਾਲ ਆ, ਹੁਣ ਜਨਰੇਟਰ ਵੀ ਨਹੀਂ ਲਾ ਸਕਦੇ, ਤੇਲ ਮਹਿੰਗਾ ਹੋ ਗਿਆ ਬਹੁਤ। ਸੋ ਹਾਹਾਕਾਰ ਮੱਚੀ ਪਈ ਆ। ਉਹ ਦੋਸ਼ੀ ਤਾਂ ਵੱਡੀ ਤਾਂ ਹੈਗੀ ਕਾਂਗਰਸ, ਜਿਹਨੇ 5 ਸਾਲ ਸੁੱਤੀ ਰਹੀ, ਇੱਕ ਯੂਨਿਟ ਵੀ ਪੈਦਾ ਨਹੀਂ ਕੀਤੀ, ਨਾ ਸੋਲਰ ਕੀਤੀ, ਨਾ ਹਾਈਡਰੋ ਕੀਤੀ, ਨਾ ਇਹਨਾਂ ਨੇ ਪਾਵਰ ਪਲਾਂਟ ਦੂਜੇ ਕੀਤੀ। ਪਰ ਹੁਣ ਇਹਨਾਂ ਦੀ ਵੀ ਡਿਊਟੀ ਬਣਦੀ ਸੀ ਆਉਂਦਿਆਂ ਸਾਰ ਹੀ, ਪਤਾ ਤਾਂ ਇਹਨਾਂ ਨੂੰ ਵੀ ਸੀ ਕਿ ਸਮੱਸਿਆ ਆਏਗੀ, ਤੇ ਇਹਨਾਂ ਦੀ ਵੀ ਡਿਊਟੀ ਬਣਦੀ ਸੀ ਆਉਂਦਿਆਂ ਸਾਰ ਹੀ ਬਾਹਰਲੇ ਸੂਬਿਆਂ ਨਾਲ ਜਿੱਥੇ ਬਿਜਲੀ ਸਰਪਲਸ ਹੁੰਦੀ ਹੈ, ਜਿਵੇਂ ਹਿਮਾਚਲ ਹੈ, ਇਹਨਾਂ ਕੋਲੇ ਅਸੀਂ ਅੱਗੇ ਨਾ ਇਹਨਾਂ ਨਾਲ ਬਦਲ ਲੈਂਦੇ ਹੁੰਦੇ ਬਿਜਲੀ, ਸਿਆਲ 'ਚ ਇਹਨਾਂ ਨੂੰ ਦੇ ਦਿੰਦੇ ਹੁੰਦੇ ਆ, ਕਿਉਂਕਿ ਇਹਨਾਂ ਨੂੰ ਲੋੜ ਜ਼ਿਆਦਾ ਸਿਆਲ 'ਚ ਹੁੰਦੀ ਹੈ, ਜੰਮੂ ਕਸ਼ਮੀਰ, ਹਿਮਾਚਲ ਤੇ ਉੱਤਰਾਂਚਲ। ਤੇ ਗਰਮੀਆਂ 'ਚ ਇਹਨਾਂ ਤੋਂ ਲੈ ਲੈਂਦੇ ਹਾਂ, ਗਰਮੀਆਂ 'ਚ ਉਹਨਾਂ ਨੂੰ ਲੋੜ ਨਹੀਂ ਹੁੰਦੀ। ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਪਹਿਲਾਂ ਹੀ ਕਰ ਲੈਣੀਆਂ ਚਾਹੀਦੀਆਂ ਸੀ, ਆਉਂਦਿਆਂ ਸਾਰ ਹੀ ਕਰ ਲੈਣੀਆਂ ਚਾਹੀਦੀਆਂ ਸੀ। ਡਿਊਟੀ ਕਾਂਗਰਸ ਦੀ ਵੀ ਸੀਗੀ, ਮੈਂ ਕਹਿੰਦਾ ਇਹ ਨਹੀਂ ਕਿ ਮੈਂ ਕਾਂਗਰਸ ਨੂੰ ਵਰੀ ਨਹੀਂ ਕਰਦਾ, ਉਹਨਾਂ ਦੀ ਜ਼ਿਆਦਾ ਡਿਊਟੀ ਸੀ, ਪਰ ਇਹਨਾਂ ਦੀ ਵੀ ਆਉਂਦਿਆਂ ਡਿਊਟੀ ਬਣਦੀ ਸੀਗੀ ਕਿ ਜਿੱਥੋਂ ਵੀ ਕਿਤੋਂ ਬਿਜਲੀ ਦੀ ਉਪਲਬਧ ਹੁੰਦੀ ਸੀ ਉਹ ਕਰ ਲੈਣੀ ਸੀ। ਹਲੇ ਤਾਂ ਮੈਨੂੰ ਲੱਗਦਾ ਥੋੜ੍ਹਾ ਜਿਹਾ ਸੈਂਟਰ ਇਹਨਾਂ ਨੂੰ ਬਚਾ ਗਿਆ, ਜਿਹੜਾ ਉਹਨਾਂ ਨੇ ਸੋਚ ਕੇ ਫੈਸਲਾ ਕਰਤਾ ਕਿ 12 ਰੁਪਏ ਤੋਂ ਵੱਧ ਵੇਚੀ ਨਹੀਂ ਜਾਊਗੀ, ਨਹੀਂ ਤਾਂ ਬਿਜਲੀ 20-20 ਰੁਪਏ ਯੂਨਿਟ ਵੀ ਨਹੀਂ ਥਿਉਣੀ। ਤੇ ਜਿਹੜੇ ਥਰਮਲ ਪਲਾਂਟ ਅਸੀਂ ਲਾਏ ਸੀ 3 ਪ੍ਰਾਈਵੇਟ ਖੇਤਰ 'ਚ, ਬੜਾ ਢੋਲ ਕੁੱਟਦੇ ਹੁੰਦੇ, ਪਹਿਲਾਂ ਕਾਂਗਰਸੀ ਕੁੱਟੀ ਗਏ ਢੋਲ, ਅਸੀਂ ਰੱਦ ਕਰ ਦਿਆਂਗੇ ਜੀ, ਗਲਤ ਸਮਝੌਤੇ ਜੀ। ਕਰਿਆ ਰੱਦ? ਕੋਈ ਦੱਸਿਆ ਲੋਕਾਂ ਨੇ ਵੀ ਕੀ ਗਲਤ ਹੈ? 5 ਸਾਲ ਕੱਢ ਲਏ ਝੂਠ ਬੋਲ ਕੇ। ਇਹ ਵੀ ਨਾਲ ਹੀ ਰੌਲਾ ਪਾਉਂਦੇ ਹੁੰਦੇ ਸੀ ਅਸੈਂਬਲੀ 'ਚ ਵੀ, ਇਹ ਨਹੀਂ ਕਰਦੇ ਕਾਂਗਰਸੀ, ਅਸੀਂ ਤਾਂ ਆਉਂਦੇ ਹੀ ਕਰ ਦਿਆਂਗੇ। ਤੇ ਹੁਣ ਤਾਂ 50 ਦਿਨ ਹੋ ਗਏ ਬੋਲੇ ਹੀ ਨਹੀਂ। ਤੁਸੀਂ ਪੁੱਛਿਆ ਕਰੋ ਸਵਾਲ ਵੀ ਥਰਮਲਾਂ ਤੇ ਤੁਸੀਂ ਕਿਉਂ ਨਹੀਂ ਬੋਲਦੇ? ਤੁਸੀਂ ਉਦੋਂ ਰੌਲਾ ਪਾਉਂਦੇ ਹੁੰਦੇ ਸੀ ਵੀ ਗਲਤ ਸਮਝੌਤੇ ਆ। ਕਰੋਗਾ ਨੰਗਾ ਜੀ ਨੇ ਕੋਈ ਵਿੱਚੋਂ ਠੱਗੀ ਕੀਤੀ ਹੈ, ਗਲਤ ਸਮਝੌਤੇ ਆ, ਲੋਕਾਂ 'ਚ ਦੱਸੋ। 3 ਰੁਪਏ ਯੂਨਿਟ ਲਈ ਆ ਆਪਾਂ 25 ਸਾਲਾਂ ਵਾਸਤੇ। ਅੱਜ ਕੋਈ ਥਰਮਲ ਲਾਉਣ, ਕੋਈ ਸੋਲਰ ਲਾਉਣ, ਕੋਈ ਹਾਈਡਰੋ ਦੀ ਬਿਜਲੀ ਪੈਦਾ ਕਰਨ, 6 ਰੁਪਏ ਤੋਂ ਘੱਟ ਇਹਨਾਂ ਨੇ ਕੋਈ ਸਮਝੌਤਾ ਨਹੀਂ ਕਰੂਗਾ, ਮੈਂ ਲਿਖ ਕੇ ਦਿੰਦਾ, ਕੋਈ ਨਹੀਂ ਕਰੂਗਾ। ਤੇ ਫਿਰ 3 ਰੁਪਏ ਵਾਲੀ ਸਸਤੀ ਹੋਈ ਕਿ 6 ਰੁਪਏ ਵਾਲੀ? 6 ਨੂੰ ਵੀ ਕੋਈ ਕਰਨ ਨੂੰ ਤਿਆਰ ਨਹੀਂ ਹੈਗਾ। 5 ਰੁਪਏ ਤੇ ਟੈਂਡਰ ਕੱਢੇ ਸੀ ਕਾਂਗਰਸ ਨੇ, ਤੇ ਇਹਨਾਂ ਨੇ ਕੋਈ ਆਇਆ ਨਹੀਂ। ਤੇ ਫਿਰ ਉਹ ਸਾਨੂੰ ਐਵੇਂ ਭੰਡੀ ਗਏ, 3 ਰੁਪਏ ਵਾਲੀ ਨੂੰ ਭੰਡੀ ਗਏ, ਤੇ ਹੁਣ ਇਹਨਾਂ ਨੂੰ 5-6, ਹੁਣ 12-12, 16-16 ਰੁਪਏ ਖਰੀਦਦੇ ਆ। ਇਹ ਲੋਕਾਂ ਨੂੰ ਚੰਗਾ ਲੱਗਿਆ ਹੋਣਾ ਕਿ ਮੁਫਤ ਬਿਜਲੀ ਦੇ ਰਹੇ ਆ ਇਹ ਤਾਂ। ਨਹੀਂ, ਮੁਫਤ ਬਿਜਲੀ ਕੀ ਦੇ ਰਿਹਾ? ਮੁਫਤ ਬਿਜਲੀ ਹਲੇ ਜੁਲਾਈ ਤੋਂ ਕਹਿਤਾ। 200 ਯੂਨਿਟ ਤਾਂ ਅਸੀਂ ਪਹਿਲਾਂ ਹੀ ਦੇ ਰਹੇ ਹਾਂ, 200 ਯੂਨਿਟ ਤਾਂ ਅਸੀਂ ਪਹਿਲਾਂ ਹੀ ਦੇ ਰਹੇ ਹਾਂ, 100 ਹੀ ਦੇਣੀ ਹੈ ਨਾ ਤਾਂ। ਤੇ ਉਹਦੇ ਤੇ ਵੀ ਸ਼ਰਤ ਲਾਤੀ, ਸਾਡੀ ਤਾਂ 200 ਤੋਂ ਉੱਤੇ ਜੇ ਹੋਊਗੀ ਤਾਂ ਬਿੱਲ ਆਉਂਦਾ ਸੀ। ਇਹਨਾਂ ਨੇ ਕਹਿਤਾ ਜੇ 300 ਤੋਂ 1 ਹੋਊਗੀ ਤਾਂ ਸਾਰੀ ਦਾ ਆਊਗਾ। ਤੇ ਨਾਲ ਪਹਿਲਾਂ ਕਹਿੰਦੇ ਸੀ ਜਰਨਲ ਨੂੰ ਵੀ ਇਹ ਹੋਊਗਾ ਕਿ 300 ਤੋਂ 1 ਉਤਰੀ ਦਾ ਬਿੱਲ ਆਊਗਾ, ਫਿਰ ਕਹਿੰਦੇ ਜਰਨਲ ਨੂੰ ਨਹੀਂ, ਐਸੀ ਵਾਲਿਆਂ ਨੂੰ ਆਊਗਾ 300 ਤੋਂ 1 ਤੋਂ ਉਤਰੀ ਦਾ ਆਊਗਾ, ਫਿਰ ਕਹਿੰਦੇ ਜੀ ਹੁਣ 1 ਕਿਲੋਵਾਟ ਦਾ ਹੀ ਆਊਗਾ। 1 ਕਿਲੋਵਾਟ ਤੱਕ ਹੁੰਦਾ ਹੀ ਨਹੀਂ ਕਿਸੇ ਦੇ, 1 ਕਿਲੋਵਾਟ ਦਾ ਜਿਹਦੇ 4 ਸੁੱਚਾਂ ਲੱਗ ਗਈਆਂ ਹੋ ਗਿਆ। ਇਹਦਾ ਮਤਲਬ ਕਿਸੇ ਨੂੰ ਮਾਫ ਤਾਂ ਹੋਣੀ ਹੀ ਨਹੀਂ, ਡਰਾਮਾ ਹੀ ਹੈ ਸਾਰਾ। ਠੀਕ ਹੈ ਮਲੂਕਾ ਸਾਹਿਬ, ਬਹੁਤ ਸ਼ੁਕਰੀਆ, ਧੰਨਵਾਦ। ਧੰਨਵਾਦ, ਆਪਾਂ ਗੱਲਾਂ ਬਾਤਾਂ ਕੀਤੀਆਂ, ਬੜਾ ਚੰਗਾ। ਸਿਕੰਦਰ ਸਿੰਘ ਮਲੂਕਾ ਸਾਡੇ ਨਾਲ ਮੌਜੂਦ ਸਨ, ਅਕਾਲੀ ਦਲ ਦੇ ਸੀਨੀਅਰ ਆਗੂ ਨੇ, ਬੜਾ ਖੁੱਲ੍ਹ ਕੇ ਬੋਲਦੇ ਨੇ ਹਰ ਮਸਲੇ ਦੇ ਉੱਪਰ। ਔਰ ਸਿਕੰਦਰ ਸਿੰਘ ਮਲੂਕਾ ਕਹਿੰਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਐਕਟਿਵ ਮੋਡ 'ਚ ਨਜ਼ਰ ਆਏਗਾ, ਪਰ ਅਜੇ ਕਹਿੰਦੇ ਕਿ ਸਰਕਾਰ ਨੂੰ ਥੋੜਾ ਸਮਾਂ ਦੇਣਾ ਬਣਦਾ, ਕਿਉਂਕਿ ਥੋੜ੍ਹੇ ਦਿਨ ਹੋਏ ਨੇ ਸਰਕਾਰ ਨੂੰ ਬਣਿਆ। ਔਰ ਜਿੱਥੇ ਘੇਰਨ ਵਾਲੀ ਗੱਲ ਆਈ ਤਾਂ ਘੇਰਦੇ ਵੀ ਨਜ਼ਰ ਆਉਣਗੇ, ਅਕਾਲੀ ਦਲ ਘੇਰਦਾ ਵੀ ਨਜ਼ਰ ਆਏਗਾ। ਤੇ ਨਾਲ ਹੀ ਇਹਨਾਂ ਨੇ ਕਿਹਾ ਕਿ ਜੇ ਬੀਜੇਪੀ ਦੇ ਨਾਲ ਗੱਠਜੋੜ ਨਾ ਟੁੱਟਦਾ ਤਾਂ ਜ਼ਿਆਦਾ ਸੀਟਾਂ ਆ ਸਕਦੀਆਂ ਸੀ। ਇਸ ਤੋਂ ਪਹਿਲਾਂ ਵੀ ਇੱਕ ਐਗਜ਼ਾਮਪਲ ਹੈ ਅਕਾਲੀ ਦਲ ਦੀਆਂ, ਕਹਿੰਦੇ ਜ਼ਮਾਨਤਾਂ ਉਦੋਂ ਜ਼ਬਤ ਹੋ ਗਈਆਂ ਸੀ, ਪਰ ਉਸ ਤੋਂ ਬਾਅਦ ਬੜੀ ਤੇਜ਼ੀ ਨਾਲ ਰਿਵਾਈਵਲ ਹੋਇਆ ਸੀ। ਔਰ ਉਸ ਤੋਂ ਬਾਅਦ ਹੁਣ ਵੀ ਕਹਿ ਰਿਹਾ ਕਿ ਲੋਕ ਸਾਨੂੰ ਐਕਸੈਪਟ ਕਰਨਗੇ, ਜਲਦੀ ਅਕਾਲੀ ਦਲ ਐਕਟਿਵ ਫਾਰਮ ਦੇ ਵਿੱਚ ਨਜ਼ਰ ਆਏਗਾ। ਕੈਮਰਾ ਪਰਸਨ ਸੁਖਵਿੰਦਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।